ਸਤਨਾਮ ਵਾਹਿਗੁਰੂ ਸਾਹਿਬ ਜੀ। हे प्राणनाथ गोबिंद है, कृपा निधान जगद गुरु। हे संसार ताप हरण है, करुणा में सब दुख हरो। हे शरण जोग दयाल है, दीनानाथ मया करो। शरीर सुवस्थ क्षीण समय, सिमरंत नानक राम दामोदर माधव है। निर्गुण यार आन्या, सो प्रभ सदा समाल। जिन किया तिस चीत रख, नानक निबही नाल। कबीर साचा सतगुर क्या करे, जो सिखा मह चूक। अंधेक न लागई, जो बांस बजाइए फूक। बेसुमार अथाह गनत अतुलै, जो बुलावो त्यो नानक दास बोले। सतनाम वाहिगुरु साहिब जी। फरीदा काले मैडे कपड़े, काला मैडा वेश। गुनही भरिया मैं फिरा, लोक कहे दरवेश। तती तोए न पलवै, जे जल टुबी दे। फरीदा जोड़ो हागण रब दी, चूरे दी चूरे। जां कुआरी तां चाओ, विवाही तां मामले। फरीदा एहो पछोताओ, वत कुआरी ना थीऐ। कलर केरी छपड़ी, आए उलथे हंज। किंजू बोड़न ना पीवहे, उडण संधि ढंज। हंस उडर कुहदरै पया, लोक विडारण जाय। गहला लोक न जानदा, हंस ना कोदरा खाय। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, अगम अगोचर अपरंपर पार ब्रह्म परमेश्वर सतगुरु अंतर्यामी सतगुरु श्री गुरु ग्रंथ साहिब जी दीन दयाल पातशाह
ਤਿਨਾਂ ਦੀ ਅਪਾਰ ਮਿਹਰਾਮਤ ਹੈ। ਅਥਾਹ ਬਖਸ਼ਿਸ਼ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ ਬਖਸ਼ਿਸ਼ ਭਰੀ ਨਦਰ ਕਰਕੇ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਮਿਹਰਾਮਤ ਦੇ ਪਾਤਰ ਬਣਨ ਦਾ ਆਪਣੇ ਮਨੁੱਖਾ ਜੀਵਨ ਨੂੰ ਅਧਿਆਤਮਿਕ ਅਰਥਾਂ ਦੇ ਵਿੱਚ ਸਵਾਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਮਹਾਨ ਸੂਫੀ ਸੰਤ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਚਾਰ ਸ਼ਰਵਣ ਕਰਕੇ ਗਿਆਨਮਈ ਲਾਹਾ ਨਿਰੰਤਰ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ। ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਕਾਲੇ ਮੈਂਡੇ ਕੱਪੜੇ। ਲਹਿੰਦੀ ਦੇ ਵਿੱਚ ਜਿਵੇਂ ਅਸੀਂ ਆਖਦੇ ਹਾਂ ਮੇਰਾ, ਇਹ ਮੇਰਾ ਸ਼ਬਦ ਜਦੋਂ ਲਹਿੰਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ ਉਦੋਂ ਮੈਂਡਾ ਹੋ ਜਾਂਦਾ ਹੈ। ਜਿਵੇਂ ਤੇਰਾ ਆਖਦੇ ਹਾਂ ਤੈਂਡਾ ਹੋ ਜਾਂਦਾ ਹੈ। ਬਾਣੀ ਦੇ ਵਿੱਚ ਸਤਿਗੁਰੂ ਦੇ ਐਸੇ ਵਾਕ ਵੀ ਪ੍ਰਾਪਤ ਹਨ। ਤੈਂਡੀ ਬੰਦਸ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਭਾਣਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਡੇ ਕੱਪੜੇ ਵੀ ਕਾਲੇ ਹਨ, ਕਾਲਾ ਹੀ ਸਾਡਾ ਵੇਸ ਹੈ। ਪਰ ਇਸ ਸਾਰੇ ਵੇਸ ਨੂੰ ਦੇਖ ਕੇ ਲੋਕ ਇੱਕ ਸੂਫੀ ਹੋਣ ਦਾ, ਇੱਕ ਫਕੀਰ ਹੋਣ ਦਾ ਭੁਲੇਖਾ ਖਾ ਜਾਂਦੇ ਹਨ। ਉਹ ਆਖਦੇ ਹਨ ਕਿ ਕਾਲੇ ਕੱਪੜਿਆਂ ਦਾ ਲੰਮਾ ਚੋਗਾ ਪਾਇਆ ਹੋਇਆ ਕੋਈ ਫਕੀਰ, ਕੋਈ ਦਰਵੇਸ਼ ਜਾ ਰਿਹਾ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਡੇ ਜੀਵਨ ਦੀ ਅਸਲ ਹਾਲਤ ਇਹ ਹੈ, ਗੁਨਾਹੀ ਭਰਿਆ ਮੈਂ ਫਿਰਾਂ, ਕਿ ਮੈਂ ਤਾਂ ਸਗੋਂ ਗੁਨਾਹਾਂ ਦੇ ਨਾਲ ਭਰਿਆ ਹੋਇਆ ਹਾਂ। ਲੋਕ ਕੇਵਲ ਮੇਰੇ ਭੇਖ ਨੂੰ, ਮੇਰੇ ਵੇਸ ਨੂੰ, ਮੇਰੇ ਪਹਿਰਾਵੇ ਨੂੰ ਦੇਖ ਕੇ ਹੀ ਫਕੀਰ ਕਹੀ ਜਾ ਰਹੇ ਹਨ, ਦਰਵੇਸ਼ ਆਖੀ ਜਾ ਰਹੇ ਹਨ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ, ਵਿਚਾਰਨ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ। ਇਸ ਸ਼ਲੋਕ ਦਾ ਪੜ੍ਹਤ ਅਨੁਭਵ ਇਹ ਬਣਦਾ ਹੈ ਕਿ ਜਿਹੜੇ ਦੁਨੀਆ ਦੇ ਵਿੱਚ ਠੀਕ ਰੂਪ ਦੇ ਵਿੱਚ ਜਿਨ੍ਹਾਂ ਨੇ ਫਕੀਰੀ ਮਾਰਗ ਨੂੰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਵਾਕਿਆ ਹੀ ਅੰਦਰੋਂ ਸ਼ੁੱਧ ਹੋ ਕੇ, ਅੰਦਰੋਂ ਪੂਰੀ ਤਰ੍ਹਾਂ ਇਮਾਨਦਾਰ ਹੋ ਕੇ ਦਰਵੇਸ਼ੀ ਮਾਰਗ ਨੂੰ ਚੁਣਿਆ ਹੈ, ਉਹ ਕਦੇ ਵੀ ਦੁਨੀਆ ਦੇ ਕਹੇ ਹੋਏ ਵਾਕਾਂ ਦੇ ਉੱਪਰ ਭਰਮਦੇ ਨਹੀਂ। ਹੁਣ ਕੁਦਰਤੀ ਹੈ, ਕੋਈ ਬੰਦਾ ਜਿਵੇਂ ਹਰੇਕ ਧਰਮ ਦੇ ਵੱਖੋ ਵੱਖਰੇ ਲਿਬਾਸ ਹਨ। ਇਸਲਾਮ ਦੀ ਵੇਸ਼ ਭੂਸ਼ਾ ਕੁਝ ਹੋਰ ਹੈ। ਸਨਾਤਨ ਮਤ ਦੇ ਵਿੱਚ ਧੋਤੀ ਆਦਿਕ, ਜਨੇਊ ਆਦਿਕ, ਸਿਰ ਦੇ ਉੱਪਰ ਚੋਟੀ ਆਦਿਕ ਹੁੰਦੀ ਹੈ। ਬੋਧੀਆਂ ਦੀ ਆਪਣਾ ਇੱਕ ਵੇਸ ਹੈ, ਉਹ ਲਾਲ ਰੰਗ ਦਾ ਚੀਵਰ ਪਹਿਨਦੇ ਹਨ। ਇਸੇ ਤਰ੍ਹਾਂ ਜੈਨੀਆਂ ਦੀ ਆਪਣੀ ਇੱਕ ਵੇਸ਼ ਭੂਸ਼ਾ ਹੈ। ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਹਰੇਕ ਧਰਮ ਨੂੰ, ਹਰੇਕ ਮਜ਼ਹਬ ਦੀ ਸਾਧਨਾ ਨੂੰ ਇੱਕ ਪ੍ਰਥਮ ਤੌਰ 'ਤੇ ਪ੍ਰਗਟ ਕਰਨ ਦੇ ਲਈ ਇੱਕ ਕੁਝ ਖਾਸ ਤਰ੍ਹਾਂ ਦੇ ਵੇਸ ਨਿਸ਼ਚਿਤ ਹੋਏ ਨੇ। ਅਤੇ ਜਦੋਂ ਬੰਦਾ ਵੇਸ ਧਾਰਨ ਕਰ ਲੈਂਦਾ ਹੈ, ਲੋਕ ਉਹਦੇ ਨਾਲ ਉਵੇਂ ਦੀ ਸੰਗਿਆ ਜੋੜ ਦਿੰਦੇ ਹਨ। ਹੁਣ ਕੁਦਰਤੀ ਬਿਲਕੁਲ ਸਾਦਾ ਲਿਬਾਸ ਪਾਇਆ ਹੈ, ਬਿਲਕੁਲ ਜਿਵੇਂ ਸੂਫੀ ਜਿਹੜਾ ਸਾ ਉਹਨਾਂ ਦਾ ਮੋਟਾ ਵਸਤਰ ਕੰਬਲ ਵਰਗਾ ਇੱਕੋ ਹੀ ਲੰਬਾ ਚੋਗਾ ਪਹਿਨਦੇ ਸਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਕੁਦਰਤੀ ਹੈ ਕਿ ਜੀਵਨ ਦੇ ਵਿੱਚ ਫਕੀਰੀ ਮਾਰਗ 'ਤੇ ਚੱਲਣਾ ਸੀ, ਦਰਵੇਸ਼ ਹੋਣਾ ਸੀ, ਅਤੇ ਸਭ ਤੋਂ ਪਹਿਲਾਂ ਸਾਦਗੀ ਜ਼ਰੂਰੀ ਹੈ। ਜਿੰਨਾ ਚਿਰ ਮਨੁੱਖ ਦੇ ਪਹਿਰਾਵੇ ਦੇ ਵਿੱਚ, ਉਹਦੇ ਵਿਚਾਰਾਂ ਦੇ ਵਿੱਚ, ਉਹਦੇ ਖਿਆਲਾਂ ਦੇ ਵਿੱਚ ਸਾਦਗੀ ਨਹੀਂ ਆਉਂਦੀ, ਉਤਨਾ ਚਿਰ ਉਹਦਾ ਜਿਹੜਾ ਹੈ ਧਰਮ ਦੇ ਜਿਹੜਾ ਨਿਰਮਲ ਮਾਰਗ ਹੈ ਉਹਦੇ 'ਤੇ ਉਹਦੀ ਸਾਧਨਾ ਪੂਰੀ ਤਰ੍ਹਾਂ
ਨਹੀਂ ਮੰਨੀ ਜਾ ਸਕਦੀ। ਇਸ ਕਰਕੇ ਦੁਨੀਆ ਦੇ ਮਨੋਵਿਗਿਆਨੀ ਆਖਦੇ ਹਨ ਕਿ ਜਿਹੜਾ ਰੰਗਾਂ ਪਹਿਰਾਵੇ ਦੇ ਵਿੱਚ ਬੜੇ ਰੰਗਾਂ ਦਾ ਹੋਣਾ ਨਾ, ਉਹ ਬੰਦੇ ਦੇ ਮਨੋਵਿਗਿਆਨਕ ਪੋਜੀਸ਼ਨ ਦੀ ਜਿਹੜੀ ਪ੍ਰਗਟਾਓ ਕਰਦਾ ਹੈ ਕਿ ਉਹ ਅਸਲ 'ਚ ਮਨੋਵਿਗਿਆਨਕ ਨੁਕਤੇ ਤੋਂ ਕਿਵੇਂ ਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਕੁਦਰਤੀ ਹੈ, ਦਰਵੇਸ਼ੀ ਮਾਰਗ 'ਤੇ ਚੱਲਣਾ ਹੈ ਅਤੇ ਸਾਦਗੀ ਦਾ ਵਸਤਰ ਧਾਰਨ ਕਰਨਾ ਸੀ, ਅਤੇ ਸਾਦਗੀ ਦੇ ਨੁਕਤੇ ਨੂੰ ਗ੍ਰਹਿਣ ਕਰਨ ਦੇ ਲਈ ਇੱਕੋ ਹੀ ਮੋਟਾ ਕੰਬਲ ਵਰਗਾ ਵਸਤਰ ਉਹਨੂੰ ਲੈ ਕੇ ਸਿਉਂ ਕੇ ਲੰਬਾ ਚੋਗਾ ਬਣਾ ਲਿਆ ਹੈ, ਗਲ ਦੇ ਵਿੱਚ ਪਾ ਲਿਆ। ਕਹਿੰਦੇ ਹੁਣ ਕੁਦਰਤੀ ਉਹਦਾ ਰੰਗ ਕਾਲਾ ਹੈ। ਸੂਫੀ ਵੈਸੇ ਵੀ ਕਾਲਾ ਵਸਤਰ ਧਾਰਨ ਕਰਦੇ ਹਨ ਅਤੇ ਆਖਣ ਲੱਗੇ ਕਿ ਇਸ ਨੂੰ ਧਾਰਨ ਕਰਕੇ ਹੁਣ ਅਸੀਂ ਤਾਂ ਆਪਣੀ ਸਾਧਨਾ 'ਤੇ ਚੱਲੇ ਹੋਏ ਹਾਂ। ਪਰ ਜਿਹੜੀ ਦੁਨਿਆਵੀ ਲੋਕਾਂ ਦੀ ਅਬਜ਼ਰਵੇਸ਼ਨ ਹੈ, ਜੋ ਸਾਨੂੰ ਦੇਖ ਕੇ ਉਹਨਾਂ ਨੂੰ ਅੰਦਾਜ਼ਾ ਲੱਗਦਾ ਹੈ, ਉਹਨਾਂ ਨੂੰ ਨਹੀਂ ਪਤਾ ਇਹਦੇ ਅੰਦਰ ਕੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਇਹਦੇ ਅੰਦਰ ਕੀ ਚੱਲ ਰਿਹਾ, ਜਾਂ ਇਹਨੇ ਲਿਬਾਸ ਧਾਰਨ ਕਰਕੇ, ਇਹ ਲਿਬਾਸ ਨੂੰ ਧਾਰਨ ਕਰਕੇ ਸਿਖਰ ਤੱਕ ਪੁੱਜ ਗਿਆ ਕਿ ਅਜੇ ਰਸਤੇ ਵਿੱਚ ਹੈ, ਜਾਂ ਅਜੇ ਜੀਵਨ ਦੀ ਇਹਦੀ ਸਾਧਨਾ ਵੀ ਸ਼ੁਰੂ ਹੋਈ ਕਿ ਨਹੀਂ। ਕਹਿੰਦੇ ਦੁਨੀਆ ਦਾ ਸੰਬੰਧ ਕੇਵਲ ਵੇਸ ਤੱਕ ਹੈ। ਉਹਨਾਂ ਨੇ ਵੇਸ ਦੇਖ ਕੇ ਦਰਵੇਸ਼ ਕਹਿ ਦਿੱਤਾ, ਫਕੀਰ ਕਹਿ ਦਿੱਤਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਲੋਕ ਆਖਦੇ ਨੇ ਆਖੀ ਜਾਣ, ਮੈਨੂੰ ਨਾ ਕੋਈ ਇਤਰਾਜ਼ ਹੈ, ਨਾ ਮੈਂ ਇਹਨਾਂ ਦੇ ਆਖਣ 'ਤੇ, ਇਹਨਾਂ ਦੇ ਆਖਣ ਦੇ ਨਾਲ ਹੀ ਆਪਣੇ ਆਪ ਨੂੰ ਦਰਵੇਸ਼ ਮੰਨਦਾ। ਇਹ ਕੁਦਰਤੀ ਬਿਲਕੁਲ ਸ਼ੁੱਧ ਬੰਦਿਆਂ ਦੇ ਜੀਵਨ ਦਾ ਪ੍ਰਮਾਣ ਹੈ ਕਿ ਉਹਨਾਂ ਨੇ ਧਰਮ ਦਾ ਵੇਸ ਧਾਰਨ ਕਰ ਲਿਆ ਅਤੇ ਦੁਨੀਆ ਨੇ ਕਹਿਣਾ ਸ਼ੁਰੂ ਕਰ ਦਿੱਤਾ ਤੁਸੀਂ ਗੁਰਮੁਖ ਹੋ, ਤੁਸੀਂ ਸੰਤ ਹੋ, ਸਾਧ ਹੋ, ਉਹ ਜੋ ਮਰਜ਼ੀ ਦੁਨੀਆ ਆਖੇ। ਪਰ ਉਹ ਪਰਮੇਸ਼ਰ ਦੇ ਸਾਹਮਣੇ ਉਹਨਾਂ ਨੂੰ ਆਪਣਾ ਵਜੂਦ, ਜਾਂ ਜਿਸ ਨਿਰਮਲ ਮਾਰਗ ਨੂੰ ਧਾਰਨ ਕੀਤਾ ਉਹਦੇ ਸਾਹਮਣੇ ਉਹਨਾਂ ਦਾ ਅੰਤਰ ਹਿਰਦੇ ਦੀ ਹਾਲਤ ਕਿਹੋ ਜਿਹੀ ਹੈ, ਉਹ ਦੁਨੀਆ ਦੇ ਸਾਹਮਣੇ ਵੀ ਇਕਬਾਲ ਕਰ ਲੈਂਦੇ ਨੇ ਅਤੇ ਪਰਮੇਸ਼ਰ ਦੇ ਸਾਹਮਣੇ ਵੀ ਇਕਬਾਲ ਕਰ ਲੈਂਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਗੁਨਾਹੀ ਭਰਿਆ ਮੈਂ ਫਿਰਾਂ। ਜ਼ਿਕਰ ਕਰਦੇ ਹਨ ਕਿ ਲੋਕਾਂ ਨੇ ਕੇਵਲ ਭੇਸ ਦੇਖ ਕੇ ਦਰਵੇਸ਼ ਕਹਿਣਾ ਸ਼ੁਰੂ ਕਰ ਦਿੱਤਾ ਹੈ, ਪਰ ਇਹ ਅਣਜਾਣ ਲੋਕ ਨਹੀਂ ਜਾਣਦੇ ਕਿ ਅਜੇ ਮੈਂ ਕੇਵਲ ਵੇਸ ਧਾਰਨ ਕੀਤਾ ਹੈ, ਅੰਦਰੋਂ ਦਰਵੇਸ਼ ਨਹੀਂ ਹੋ ਸਕਿਆ। ਅਜੇ ਕੇਵਲ ਦਰਵੇਸ਼ਾਂ ਵਾਲਾ ਟਾਈਟਲ ਹੀ ਮੇਰੇ ਨਾਲ ਜੁੜਿਆ ਹੈ, ਅੰਤਰੀਵੀ ਰੂਪ ਦੇ ਵਿੱਚ ਜਿਹੜਾ ਦਰਵੇਸ਼ ਹੋਣਾ ਉਹ ਬਾਕੀ ਹੈ। ਇਸ ਕਰਕੇ ਆਖਦੇ ਹਨ ਕਿ ਇਸ ਨੁਕਤੇ ਤੋਂ ਲੋਕ ਅਣਜਾਣ ਨੇ। ਹੁਣ ਇਹਦੇ ਵਿੱਚ ਇੱਕ ਭਾਵ ਬਾਬਾ ਫਰੀਦ ਸਾਹਿਬ ਜੀ ਨੇ ਇਹ ਵੀ ਕਿਹਾ ਹੈ ਕਿ ਆਮ ਤਲ 'ਤੇ ਜਿਹੜੇ ਦਰਵੇਸ਼ ਹੋਣ ਦਾ ਢੌਂਗ ਰਚਦੇ ਨੇ। ਹੁਣ ਜਿੰਨੇ ਠੀਕ ਅਰਥਾਂ ਦੇ ਵਿੱਚ ਦਰਵੇਸ਼ ਹੋਣਾ, ਕੁਦਰਤੀ ਉਹਨੂੰ ਕਈ ਵਾਰੀ ਚੋਲੇ ਦੀ ਵੀ ਲੋੜ ਨਹੀਂ, ਇਸ ਤਰ੍ਹਾਂ ਦਾ ਕਾਲਾ ਚੋਲਾ ਪਹਿਨ ਲਵੇ, ਉਹਨੂੰ ਐਸੀ ਵੀ ਕੋਈ ਲੋੜ ਨਹੀਂ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਭੁਲੇਖਾ ਪਾਉਣਾ, ਉਹਨਾਂ ਨੂੰ ਪਤਾ ਹੈ ਕਿ ਦੁਨੀਆ ਇਸ ਭੁਲੇਖੇ ਵਿੱਚ ਭਰਮ ਜਾਂਦੀ ਹੈ। ਉਹ ਕੁਦਰਤੀ ਇਸ ਤਰ੍ਹਾਂ ਦਾ ਲਿਬਾਸ ਧਾਰਨ ਕਰਕੇ ਪਾਖੰਡ ਕਰਨ ਲੱਗ ਪੈਂਦੇ ਨੇ। ਉਹਨਾਂ ਦਾ ਅੰਤਰ ਗੁਨਾਹਾਂ ਦੇ ਨਾਲ ਭਰਿਆ ਰਹਿੰਦਾ ਹੈ। ਹੁਣ ਕੁਦਰਤੀ ਹੈ, ਅਸੀਂ ਸਮੇਂ ਦੀ ਚਾਲ ਦੇ ਵਿੱਚ ਬੜਾ ਕੁਝ ਐਸਾ ਦੇਖ ਚੁੱਕੇ ਹਾਂ ਕਿ ਧਰਮ ਦੇ ਉਜਲੇ ਵੇਸ ਦੇ ਵਿੱਚ ਛੁਪੇ ਹੋਏ ਕੁਝ ਗੁਨਾਹਾਂ ਵਾਲੇ ਲੋਕਾਂ ਨੇ ਧਰਮ ਦੇ ਉਜਲਤਾ ਭਰੇ, ਪਵਿੱਤਰਤਾ ਭਰਾ ਜਿਹੜਾ ਵੇਸ, ਜਿਹੜਾ ਲੋਕਾਂ ਦੇ ਅਦਬ ਦਾ ਪਾਤਰ ਸੀ, ਉਹਨੂੰ ਵੀ ਮੈਲਾ ਕਰਨ ਦਾ ਯਤਨ ਕੀਤਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਤੱਕ ਅੰਤਰ ਦੇ ਵਿੱਚ ਗੁਨਾਹ ਹੈ, ਇਹ ਠੀਕ ਹੈ ਕਿ ਕੁਝ ਸਮੇਂ ਤੱਕ ਜਿਹੜਾ ਵੇਸ ਹੈ ਉਹ ਤੇਰੇ ਗੁਨਾਹਾਂ ਦੀ ਤਬੀਅਤ ਨੂੰ ਰੋਕ ਸਕਦਾ ਹੈ, ਜਾਂ ਤੇਰੇ ਗੁਨਾਹਾਂ ਦੀ ਤਬੀਅਤ 'ਤੇ ਪਰਦਾ ਪਾ ਸਕਦਾ ਹੈ। ਪਰ ਜੇ ਤੂੰ ਕੇਵਲ ਲੋਕਾਈ ਦੇ ਭਰਮ ਤੱਕ ਸੀਮਤ ਰਿਹਾ ਕਿ ਲੋਕ ਦਰਵੇਸ਼ ਰੱਖਣ ਲੱਗ ਪਏ ਨੇ ਅਤੇ ਮੈਂ ਦਰਵੇਸ਼ ਬਣ ਗਿਆ, ਜਾਂ ਆਪਣੇ ਆਪ ਨੂੰ ਇਸ ਭਰਮ ਵਿੱਚ ਮੰਨ ਲਿਆ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਗੱਲ ਮੰਨਣਾ ਵੀ ਤੈਨੂੰ ਗੁਨਾਹਾਂ ਦੇ ਵਿੱਚ ਹੀ ਰੱਖੇਗਾ। ਕਿਉਂਕਿ ਫਕੀਰ ਦੇ ਜੀਵਨ ਦਾ ਪਹਿਲਾ ਮਕਸਦ ਆਪਣੇ ਅੰਦਰ ਝਾਤ ਮਾਰਨੀ ਹੁੰਦੀ ਹੈ, ਦੁਨੀਆ ਉਹਦੇ ਬਾਰੇ ਕੁਝ ਆਖੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਸ਼ਲੋਕ ਦੇ ਪਹਿਲੇ ਨੁਕਤੇ ਦੇ ਅੰਤਰਗਤ ਇਹ ਨੁਕਤਾ ਬਖਸ਼ਿਸ਼ ਕੀਤਾ ਹੈ ਕਿ ਜਿਹੜੇ ਅਸਲ ਦਰਵੇਸ਼ ਹੁੰਦੇ ਹਨ ਉਹ ਆਪਣੇ ਅੰਤਰੀਵ ਦੇ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਹੁੰਦੇ ਹਨ। ਠੀਕ ਹੈ, ਦੁਨੀਆ ਨੇ ਵੇਖ ਕੇ ਫਕੀਰ ਕਹਿ ਦੇਣਾ, ਕੁਝ ਹੋਰ ਵੀ ਕਹਿ ਦੇਣਾ ਹੈ, ਪਰ ਉਹ ਆਪਣੇ ਅਸਲ ਨੂੰ ਨਹੀਂ ਭੁੱਲਦੇ। ਅਸਲ ਨੂੰ ਪਤਾ ਹੈ ਕਿ ਅਜੇ ਤਾਂ ਅੱਜ ਲਿਬਾਸ ਧਾਰਨ ਕੀਤਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਗੁਨਾਹੀ ਭਰਿਆ ਮੈਂ ਫਿਰਾਂ। ਅਜੇ ਅੰਦਰ ਗੁਨਾਹਾਂ ਨਾਲ ਭਰਿਆ ਹੈ ਅਤੇ ਇਕੱਲਾ ਲਿਬਾਸ ਧਾਰਨ ਕੀਤਾ ਹੈ, ਅਤੇ ਲਿਬਾਸ ਦਾ ਜਿਹੜੇ ਜੀਵਨ ਦੀ ਮੰਗ ਕਰਦਾ ਹੈ ਉਹਨੂੰ ਅਜੇ ਧਾਰਨ ਕਰਨਾ। ਇਸ ਕਰਕੇ ਪਹਿਲਾ ਨੁਕਤਾ ਇਹ ਹੈ। ਦੂਜਾ ਨੁਕਤਾ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ।
ਕਿ ਕੁਦਰਤੀ ਹੈ ਕਿ ਜਗਤ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿਤੇ ਕਪਟ ਨਾ ਜੀਵਨ ਦੇ ਵਿੱਚ ਹੋ ਜਾਵੇ। ਕਪਟ ਦਾ ਭਾਵ ਇਹ ਹੈ ਕਿ ਵੇਸ ਧਾਰਨ ਕਰ ਲਿਆ, ਲੋਕਾਂ ਨੇ ਪ੍ਰਮਾਣਿਤ ਵੀ ਕਰ ਦਿੱਤਾ ਕਿ ਇਹ ਫਕੀਰ ਹੈ। ਲੋਕਾਈ ਦੇ ਪ੍ਰਮਾਣਿਤ ਕਰਨ ਦੇ ਨਾਲ ਕਿਤੇ ਖੁਦ ਭਰਮ ਦੇ ਵਿੱਚ ਰਹਿ ਕੇ ਲੋਕਾਂ ਨਾਲ ਕਪਟ ਨਾ ਕਰਨ ਲੱਗ ਪਵੇ। ਇਸ ਕਰਕੇ ਦੁਨੀਆ ਦੇ ਸਾਹਮਣੇ ਖੁਦ ਕਹਿ ਰਹੇ ਹਨ, ਗੁਨਾਹੀ ਭਰਿਆ ਮੈਂ ਫਿਰਾਂ, ਕਿ ਮੇਰੇ ਲਿਬਾਸ 'ਤੇ ਨਾ ਭਰਮ ਜਾਣਾ ਜਾਂ ਕੇਵਲ ਮੇਰੇ ਲਿਬਾਸ ਨੂੰ ਦੇਖ ਕੇ ਮੈਨੂੰ ਸੰਪੂਰਨ ਨਾ ਮੰਨ ਲੈਣਾ। ਮੈਂ ਆਪਣੀ ਹਾਲਤ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਖੁਦ ਦੱਸ ਰਿਹਾ ਹਾਂ, ਗੁਨਾਹੀ ਭਰਿਆ ਮੈਂ ਫਿਰਾਂ, ਕਿ ਤੁਸੀਂ ਕੇਵਲ ਲਿਬਾਸ ਤੱਕ ਸੀਮਤ ਰਹਿ ਜਾਓ, ਵੇਸ ਨੂੰ ਹੀ ਪ੍ਰਮੁੱਖ ਮੰਨ ਲਓ ਕਿ ਇਹ ਤਾਂ ਫਕੀਰ ਹੈ, ਅਤੇ ਬਾਅਦ ਦੇ ਵਿੱਚ ਕੁਝ ਹੋਰ ਤਰ੍ਹਾਂ ਦਾ ਕਰਮ ਸਾਹਮਣੇ ਆ ਜਾਏ ਅਤੇ ਬਾਅਦ ਤੁਸੀਂ ਪਰੇਸ਼ਾਨ ਹੋਵੋ ਜਾਂ ਸਮਝੋ ਕਿ ਅਸੀਂ ਠੱਗੇ ਗਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਠੀਕ ਹੈ, ਮੈਂ ਇਸ ਮਾਰਗ 'ਤੇ ਚੱਲਿਆ, ਪਰ ਅੰਦਰ ਅਜੇ ਉਵੇਂ ਪੂਰਾ ਸਾਧਿਆ ਹੋਇਆ ਨਹੀਂ ਹੈ। ਇਸ ਕਰਕੇ ਦੁਨੀਆਦਾਰ ਦੇ ਲੋਕਾਂ ਨੂੰ ਆਖਦੇ ਹਨ ਕਿ ਕੇਵਲ ਲਿਬਾਸ ਨੂੰ ਦੇਖ ਕੇ ਨਾ ਭਰਮੋ। ਜਦੋਂ ਮੈਂ ਆਪਣਾ ਅੰਦਰ ਤੁਹਾਨੂੰ ਦੱਸ ਦਿੱਤਾ ਕਿ ਗੁਨਾਹਾਂ ਨਾਲ ਭਰਿਆ, ਫਿਰ ਤੁਹਾਨੂੰ ਲਿਬਾਸ ਤੋਂ ਅੱਗੇ ਮੇਰਾ ਜੀਵਨ ਵੀ ਦੇਖਣਾ ਚਾਹੀਦਾ ਹੈ ਕਿ ਲਿਬਾਸ 'ਚ ਤਾਂ ਸਾਦਗੀ ਆ ਗਈ ਹੈ, ਇਹਦੇ ਖਿਆਲਾਂ 'ਚ, ਇਹਦੇ ਵਿਚਾਰਾਂ 'ਚ, ਇਹਦੀ ਸੋਚਣੀ 'ਚ, ਇਹਦੇ ਵਿਵਹਾਰ 'ਚ ਸਾਦਗੀ ਆਈ ਹੈ ਜਾਂ ਨਹੀਂ ਆਈ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਇਸ ਸਲੋਕ ਦੁਆਰਾ ਸਾਨੂੰ ਦੁਨਿਆਵੀ ਲੋਕਾਂ ਨੂੰ ਇੱਕ ਦ੍ਰਿਸ਼ਟੀ ਵੀ ਦਿੰਦੇ ਹਨ ਕਿ ਜਦੋਂ ਕਿਸੇ ਅਧਿਆਤਮਿਕ ਬੰਦੇ ਦਾ ਜੀਵਨ ਦੇਖਣਾ ਹੈ ਅਤੇ ਉਹਦੇ ਵੇਸ ਨੂੰ ਦੇਖ ਕੇ ਉਹਦੀ ਇੱਕ ਰਿਸਪੈਕਟ ਬਣਾ ਲਓ, ਪਰ ਨਾਲ ਹੀ ਅੰਦਰ ਥੋੜ੍ਹੀ ਜਿਹੀ ਵੀ ਗੁੰਜਾਇਸ਼ ਰੱਖੋ ਕਿ ਉਹਦੇ ਨਾਲ ਉਹਦੀ ਜੀਵਨ ਦੀ ਪ੍ਰੈਕਟਿਸ ਨੂੰ ਵੀ ਦੇਖੋ ਕਿ ਉਹਨੇ ਧਰਮ ਦਾ ਉੱਜਲ ਵੇਸ ਧਾਰਨ ਕੀਤਾ, ਪਰ ਇਹਦੀ ਜਿਹੜੀ ਸਮੁੱਚੀ ਪ੍ਰੈਕਟਿਸ ਹੈ, ਇਹਦਾ ਦੇਖਣਾ, ਉੱਠਣਾ, ਬਹਿਣਾ, ਬੋਲਣਾ, ਸੋਚਣਾ, ਇਹਦੇ ਵਿਚਾਰਾਂ ਦੇ ਵਿਅਕਤ ਕਰਨ ਦਾ ਢੰਗ, ਕੀ ਇਹ ਸਾਰਾ ਕੁਝ ਫਕੀਰੀ ਮਾਰਗ ਦੀ ਸਾਦਗੀ ਦੇ ਨਾਲ, ਇੱਕ ਨਿਮਰਤਾ ਦੇ ਨਾਲ, ਇੱਕ ਸਹਿਜ ਦੇ ਨਾਲ, ਇੱਕ ਪਵਿੱਤਰਤਾ ਦੇ ਨਾਲ ਜੁੜਿਆ ਹੋਇਆ ਕਿ ਨਹੀਂ, ਕਿ ਕੇਵਲ ਧਰਮ ਦਾ ਉੱਜਲ ਵੇਸ ਦੇਖ ਕੇ ਜਿਹੜਾ ਹੈ ਚੰਚਲਤਾਈ ਦੇ ਫੁਰਨਿਆਂ ਨੂੰ ਪੂਰਾ ਕਰਦਾ ਰਹਿੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼। ਇੱਕ ਸੁੰਦਰ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ, ਹੁਣ ਕੁਦਰਤੀ ਹੈ ਹਰੇਕ ਧਰਮ ਦੇ ਵਿੱਚ ਇੰਜ ਚੱਲਦਾ ਹੈ। ਸੂਫੀਆਂ ਦੇ ਵਿੱਚ ਅੱਜ ਵੀ ਆਪ ਜੀ ਨੂੰ ਬੜੇ ਲੋਕ ਮਿਲ ਜਾਣਗੇ ਇਸਲਾਮ ਦੇ ਵਿੱਚ, ਜੋ ਮੌਲਾਨਾ ਰੂਮ ਵਾਂਗ ਨਾ ਲੰਮਾ ਟੋਪ ਪਾਉਂਦੇ ਨੇ, ਖੁੱਲ੍ਹਾ ਚੋਗਾ ਪਾਉਂਦੇ ਨੇ, ਅਤੇ ਉਹ ਦੁਨੀਆ ਦੇ ਵਿੱਚ ਹੈ ਤਾਂ ਉਹ ਆਰਟਿਸਟ ਹੁੰਦੇ ਨੇ, ਪਰ ਲੋਕਾਂ ਨੂੰ ਭੁਲੇਖਾ ਪਾਉਂਦੇ ਨੇ ਕਿ ਅਸੀਂ ਫਕੀਰ ਕਿਸਮ ਦੇ ਲੋਕ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਕਰਕੇ ਇਹ ਦੋਵਾਂ ਲਈ ਸੁਚੇਤ ਹੋਣ ਵਾਲੀ ਗੱਲ ਹੈ। ਜਿਹੜੇ ਉਹਨੂੰ ਦਰਵੇਸ਼ ਆਖ ਰਹੇ ਹਨ ਅਤੇ ਉਹ ਦਰਵੇਸ਼ ਸੁਣਨ ਦੇ ਨਾਲ ਆਪਣੇ ਆਪ ਨੂੰ ਦਰਵੇਸ਼ ਮੰਨਣ ਲੱਗ ਪਿਆ, ਇਹ ਵੀ ਉਹਦੀ ਭੁਲੇਖਾ ਹੈ। ਅਤੇ ਦੂਜਾ, ਜਦੋਂ ਉਹਨੇ ਵੇਸ ਧਾਰਨ ਕਰ ਲਿਆ ਅਤੇ ਉਹਦੇ ਵੇਸ ਨੂੰ ਹੀ ਲੋਕਾਂ ਨੇ ਅੰਤਮ ਮੰਨ ਲਿਆ, ਇਹ ਲੋਕਾਂ ਦਾ ਵੀ ਭੁਲੇਖਾ ਹੈ। ਦੋਵੇਂ ਇੱਕੋ ਹੀ ਪੋਜੀਸ਼ਨ ਦੇ ਉੱਪਰ ਫਸੇ ਹੋਏ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਹੈ ਦਰਵੇਸ਼। ਹੁਣ ਬਾਬਾ ਫਰੀਦ ਸਾਹਿਬ ਜੀ ਤੀਜਾ ਨੁਕਤਾ ਬਿਆਨ ਕਰਦੇ ਹਨ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਜ਼ਿਕਰ ਕਰਦੇ ਹਨ ਕਿ ਮੈਂ ਕਿਸੇ ਮਜਬੂਰੀ ਵਿੱਚ, ਕਿਸੇ ਦਿਖਾਵੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਦਾਅਵੇ ਦੇ ਲਈ ਇਹ ਚੋਲਾ ਜਾਂ ਇਹ ਵੇਸ ਨਹੀਂ ਪਹਿਨਿਆ। ਹੁਣ ਜ਼ਿਕਰ ਹੈ ਕੁਝ ਬੰਦੇ ਹੁੰਦੇ ਨੇ ਜਿਹੜੇ ਧਰਮ ਦੇ ਵੇਸ ਨੂੰ ਕਿਸੇ ਮਜਬੂਰੀ 'ਚ ਪਹਿਨਦੇ ਹਨ, ਕੁਝ ਐਸੇ ਹੁੰਦੇ ਹਨ ਜਿਹੜਾ ਆਪਣੇ ਦਾਅਵੇ ਨੂੰ ਪੈਦਾ ਕਰਨ ਦੇ ਲਈ ਧਰਮ ਦਾ ਵੇਸ ਧਾਰਨ ਕਰ ਲੈਂਦੇ ਹਨ, ਕੁਝ ਇਵੇਂ ਹੈ ਜਿਹੜੇ ਸ਼ੈਤਾਨੀ ਕਿਸਮ ਦੇ ਲੋਕ ਹਨ, ਧਾਰਮਿਕ ਲੋਕਾਂ ਦਾ ਸ਼ੋਸ਼ਣ ਕਰਨ ਦੇ ਲਈ ਧਾਰਮਿਕ ਵੇਸ ਧਾਰਨ ਕਰ ਲੈਂਦੇ ਹਨ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਕਹਿੰਦੇ ਮੈਂਡਾ ਵੇਸ ਦਾ ਮਤਲਬ ਹੈ ਕਿ ਅਜੇ ਅੰਤਰੀਵ ਪੂਰੀ ਤਰ੍ਹਾਂ ਚੰਗਾ ਨਹੀਂ ਹੈ, ਅਜੇ ਹਿਰਦੇ ਵਿੱਚ ਮਾੜੇ ਖਿਆਲ ਚੱਲਦੇ ਨੇ, ਅਜੇ ਜੀਵਨ ਦੇ ਵਿੱਚ ਮਨ ਦੇ ਫੁਰਨਿਆਂ ਦੀ ਪੂਰੀ ਤਰ੍ਹਾਂ ਸਾਧਨਾ ਨਹੀਂ ਹੋਈ। ਇਸ ਕਰਕੇ ਜਿਵੇਂ ਦਾ ਮੇਰਾ ਅੰਦਰ ਹੈ ਉਹਨੂੰ ਬਿਆਨ ਕਰਨ ਦੇ ਲਈ ਕਿ ਦੁਨੀਆ ਨੂੰ ਭੁਲੇਖਾ ਨਾ ਰਹਿ ਜਾਏ, ਅੰਤਰੀਵ ਅਜੇ ਕਾਲਾ ਹੈ ਅਤੇ ਬਾਹਰੋਂ ਵੇਸ ਵੀ ਕਾਲਾ ਧਾਰਨ ਕਰ ਲਿਆ। ਪਰ ਕਹਿੰਦੇ ਮੈਂ ਤਾਂ ਬਿਲਕੁਲ ਇਮਾਨਦਾਰ ਹੋ ਗਿਆ, ਅੰਦਰ ਵੀ ਅਜੇ ਮੈਲਾ ਹੈ, ਕਾਲਾ ਹੈ, ਅਤੇ ਬਾਹਰੋਂ ਵੀ ਵੇਸ ਵੀ ਕਾਲਾ ਧਾਰਨ ਕਰ ਲਿਆ ਕਿ ਕੋਈ ਭੁਲੇਖਾ ਨਾ ਰਹਿ ਜਾਏ। ਪਰ ਕਹਿੰਦੇ ਮੈਂ ਤਾਂ ਆਪਣੇ ਵੱਲੋਂ ਪੂਰਾ ਸਪਸ਼ਟ ਕਰ ਦਿੱਤਾ ਹੈ ਦੁਨੀਆ ਨੂੰ ਕਿ ਠੀਕ ਹੈ ਭਾਈ, ਕਿ ਮੇਰਾ ਵੇਸ ਵੀ ਕਾਲਾ ਹੈ,
ਮੇਰਾ ਅੰਤਰੀਵ, ਮੇਰਾ ਜਿਹੜਾ ਅੰਤਰੀਵੀ ਮਨ ਹੈ, ਜਿਹਦੇ ਵਿੱਚ ਫੁਰਨੇ ਹਨ, ਕਲਪਨਾ ਹੈ, ਯਾਦਾਸ਼ਤ ਹੈ, ਹਉਮੈ ਹੈ, ਇਹ ਸਾਰਾ ਕੁਝ ਕਹਿੰਦੇ ਅਜੇ ਮੈਲਾ ਹੈ। ਕਹਿੰਦੇ ਇੰਨਾ ਕੁਝ ਹੁੰਦਿਆਂ ਹੋਇਆਂ ਦੂਜਾ ਉੱਤੋਂ ਕਹਿ ਰਿਹਾ ਖੁਦ ਬੋਲ ਕੇ ਗੁਨਾਹੀ ਭਰਿਆ। ਪਰ ਕਹਿੰਦੇ ਫਿਰ ਵੀ ਲੋਕ ਦਰਵੇਸ਼ ਕਹਿ ਰਹੇ ਹਨ। ਮਤਲਬ ਇਹਦਾ ਇਹ ਹੈ ਕਿ ਕਦੀ ਲੁਕਾਈ ਵੀ ਝੱਖ ਮਾਰਦੀ ਹੈ। ਹੁਣ ਦੁਨੀਆ ਦੇ ਵਿੱਚ ਕਈ ਵਾਰੀ ਦੇਖਣਾ, ਬੰਦੇ ਨੂੰ ਕੁਝ ਵੀ ਨਹੀਂ, ਉਹਨੂੰ ਖੁਦ ਆਪਣੇ ਮਨ ਦੀ ਹਾਲਤ ਨਹੀਂ ਪਤਾ ਹੁੰਦੀ, ਲੋਕ ਉਹਨੂੰ ਗਿਆਨੀ ਆਖਣਗੇ। ਉਹਨੂੰ ਜ਼ਿੰਦਗੀ ਦੇ ਵਿੱਚ ਬਜ਼ੁਰਗੀ ਦੀ ਕੋਈ ਉਹਦੀ ਬੁੱਧ ਨਹੀਂ ਘੜੀ ਹੁੰਦੀ, ਕੁਝ ਉਹਦਾ ਕੱਖ ਨਹੀਂ ਹੁੰਦਾ, ਉਹਨੂੰ ਬਾਬਾ ਜੀ ਆਖਣਗੇ। ਉਹਦੇ ਜੀਵਨ 'ਚ ਸਬਰ, ਸੰਤੋਖ, ਤਿਆਗ, ਪਰਉਪਕਾਰ ਦਾ ਕੋਈ ਵੱਡਾ ਆਲਮ ਨਹੀਂ ਮਿਲਦਾ, ਉਹਨੂੰ ਸੰਤ ਦੇ ਨਾਲ ਸੰਬੋਧਨ ਕਰਨਗੇ। ਦੁਨੀਆ ਧਾਰਮਿਕ ਤਲ 'ਤੇ ਜਿੰਨੇ ਅਯੋਗ ਸ਼ਬਦਾਂ ਦੀ ਵਰਤੋਂ ਕਰਦੀ ਹੈ, ਸ਼ਾਇਦ ਹੀ ਕਿਸੇ ਹੋਰ ਖੇਤਰ 'ਚ ਕਰਦੀ ਹੋਵੇ। ਹੁਣ ਕੁਦਰਤੀ ਹੈ, ਆਪਣੀ ਦੁਨਿਆਵੀ ਸੰਬੰਧ ਨੇ ਪਿਓ ਨੂੰ ਕਦੇ ਚਾਚਾ ਨਹੀਂ ਕਹਿੰਦੇ ਅਤੇ ਚਾਚੇ ਨੂੰ ਕਦੇ ਪਿਓ ਨਹੀਂ ਕਹਿੰਦੇ। ਪਰ ਧਰਮ ਦੇ ਵਿੱਚ ਜਿਹੜਾ ਬੰਦਾ ਦਾਖਲ ਹੋ ਗਿਆ, ਜੇ ਉਹਦੇ ਨੇੜੇ ਹੋ ਕੇ ਦੇਖਿਆ ਨਹੀਂ, ਉਹਦੇ ਜੀਵਨ ਦੀ ਸਮੁੱਚੀ ਪ੍ਰੈਕਟਿਸ ਨੂੰ ਨੋਟ ਕਰਕੇ ਕੋਈ ਨਿਰਣਾ ਨਹੀਂ ਕੱਢਿਆ, ਬਸ ਇੰਨਾ ਦੇਖ ਲਿਆ ਕਿ ਧਰਮ ਦੇ ਦਾਇਰੇ 'ਚ ਵਿਚਰਦਾ ਹੈ, ਇਹਨੂੰ ਵੱਡੇ ਵੱਡੇ ਵਿਸ਼ੇਸ਼ਣਾਂ ਦੇ ਨਾਲ ਸੰਬੋਧਨ ਕਰ ਦਿਓ। ਇਸ ਕਰਕੇ ਇੱਕ ਤਮੀਜ਼ ਹੋਣੀ ਚਾਹੀਦੀ ਹੈ। ਤਮੀਜ਼ ਦਾ ਮਤਲਬ ਹੈ ਕਿ ਸਾਨੂੰ ਇੱਕ ਉਚੇਰੀ ਅਕਲ ਹੋਵੇ ਕਿ ਜਿਹੜੇ ਸ਼ਬਦਾਂ ਦੇ ਨਾਲ ਅਸੀਂ ਕਿਸੇ ਨੂੰ ਸੰਬੋਧਿਤ ਹੋ ਰਹੇ ਹਾਂ, ਉਹ ਸ਼ਬਦਾਂ ਦਾ ਭਾਵ ਕੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਲਈ ਬਾਬਾ ਸ਼ਬਦ ਵਰਤੇ, ਜਾਂ ਅਸੀਂ ਕੁਦਰਤੀ ਬਾਬਾ ਸ਼ਬਦ ਬਾਬਾ ਬੁੱਢਾ ਜੀ ਲਈ ਵਰਤੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਦੁਨੀਆ ਦੇ ਦਰਵੇਸ਼ ਕਹਿਣ ਨਾਲ ਤੂੰ ਦਰਵੇਸ਼ ਨਹੀਂ ਹੋ ਜਾਣਾ। ਠੀਕ ਹੈ, ਦੁਨੀਆ ਕਹੀ ਜਾਵੇ, ਉਹਨਾਂ ਦਾ ਇੱਕ ਆਪਣਾ ਪ੍ਰਚਲਿਤ ਕਿਸਮ ਦਾ ਵਿਵਹਾਰ ਹੈ, ਪਰ ਜੇ ਤੈਨੂੰ ਉਹ ਦਰਵੇਸ਼ ਕਹਿ ਰਹੇ ਹਨ ਅਤੇ ਉਹ ਦਰਵੇਸ਼ ਕਹਿਣ ਦਾ ਮਤਲਬ ਹੈ ਜੇ ਤੈਨੂੰ ਅਦਬ ਦੇ ਰਹੇ ਹਨ ਅਤੇ ਖੁਦ ਤੈਨੂੰ ਪਤਾ ਹੈ ਕਿ ਤੂੰ ਗੁਨਾਹਾਂ ਦੇ ਵਿੱਚ ਹੈ, ਅਤੇ ਇਹਦਾ ਮਤਲਬ ਦੁਨੀਆ ਦਾ ਦਰਵੇਸ਼ ਕਹਿਣਾ ਪਖੰਡ ਨਹੀਂ ਹੈ। ਦੁਨੀਆ ਦਾ ਦਰਵੇਸ਼ ਕਹਿਣਾ ਤੈਨੂੰ ਸੁਚੇਤ ਕਰਨਾ ਹੈ ਕਿ ਹੋ ਸਕਦਾ ਤੂੰ ਆਪਣੇ ਹੰਕਾਰ ਕਰਕੇ, ਦਾਅਵੇ ਕਰਕੇ ਜਾਂ ਸ਼ੈਤਾਨੀ ਕਰਕੇ ਧਰਮ ਦਾ ਲਿਬਾਸ ਧਾਰਨ ਕਰ ਲਿਆ ਹੋਵੇ, ਪਰ ਲੋਕਾਂ ਨੂੰ ਇਸ ਲਿਬਾਸ ਦੀ, ਇਸ ਵੇਸ਼ ਦੀ ਪੂਰੀ ਕਦਰ ਹੈ। ਅਤੇ ਜੇ ਉਹ ਤੈਨੂੰ ਦਰਵੇਸ਼ ਕਹਿ ਰਹੇ ਹਨ ਅਤੇ ਤੈਨੂੰ ਲਿਬਾਸ ਤੋਂ ਬਾਅਦ ਆਪਣੇ ਅੰਤਰੀਵੀ ਜੀਵਨ ਦੇ ਤਲ 'ਤੇ ਵੀ ਦਰਵੇਸ਼ ਹੋਣਾ ਪਵੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ 'ਚ ਇੱਕ ਪ੍ਰਮਾਣ ਮਿਲਦਾ ਹੈ। ਜਦੋਂ ਜੋਧਨ ਵਿਖੇ ਰਹਿੰਦੇ ਸਨ ਤਾਂ ਕੁਦਰਤੀ ਉੱਥੋਂ ਦਾ ਇੱਕ ਜਿਹੜਾ ਕਾਜੀ ਸੀ, ਉਹ ਬਾਬਾ ਫਰੀਦ ਸਾਹਿਬ ਜੀ ਦੇ ਨਾਲ ਈਰਖਾ ਕਰਦਾ ਸੀ ਕਿ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਸ਼ਰਧਾਲੂ ਕਿਉਂ ਆਉਂਦੇ ਨੇ। ਫਿਰ ਉੱਥੇ ਸਮਾਂ ਵੀ ਹੁੰਦਾ ਸੀ। ਸਮਾਂ ਦਾ ਮਤਲਬ ਕਵਾਲੀ, ਕੀਰਤਨ, ਜਿਵੇਂ ਕੀਰਤਨ ਅਤੇ ਕਵਾਲੀ 'ਚ ਥੋੜ੍ਹਾ ਫਰਕ ਹੈ। ਕਵਾਲੀ ਵੀ ਹੁੰਦੀ ਸੀ, ਉਹ ਲੋਕ ਥੋੜ੍ਹਾ ਬਹੁਤਾ ਕਵਾਲੀ 'ਤੇ ਨੱਚਦੇ ਵੀ ਸਨ, ਜੋੜੇ ਉਹਨਾਂ ਦੇ ਮੁਰੀਦ ਸਨ। ਉਹ ਕੁਦਰਤੀ ਸੀ ਕਿ ਉਹ ਬਾਬਾ ਫਰੀਦ ਸਾਹਿਬ ਜੀ ਦੇ ਨਾਲ ਇਹਨਾਂ ਗੱਲਾਂ ਕਰਕੇ ਈਰਖਾ ਕਰਦਾ ਸੀ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਬਾਰੇ ਉਹਨੇ ਹੌਲੀ ਹੌਲੀ ਦੂਸ਼ਣਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਫਕੀਰ ਪੂਰੇ ਨਹੀਂ ਹਨ, ਇਹਨਾਂ ਦੇ ਮਨ 'ਚ ਅਜੇ ਨਫਸ ਇੱਦਾਂ ਦਾ ਮਰਿਆ ਨਹੀਂ, ਇਹ ਚੰਚਲਤਾਈ ਵਿੱਚ ਰਹਿੰਦੇ ਹਨ, ਇਹ ਨਾਚ ਗਾਣਾ ਸੁਣਦੇ ਹਨ। ਹੁਣ ਸੂਫੀਆਂ ਦੀ ਜਿਹੜੀ ਰੂਹਾਨੀ ਖੁਰਾਕ ਹੈ ਕਵਾਲੀ ਹੈ, ਅਤੇ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਸਾਡੇ ਬਾਰੇ ਉਹਦੇ ਕਾਜੀ ਨੇ ਹੌਲੀ ਹੌਲੀ ਨਾ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਠੀਕ ਰੂਪ ਦੇ ਵਿੱਚ ਮੁਸਲਮਾਨ ਵੀ ਨਹੀਂ ਹਨ, ਫਕੀਰ ਵੀ ਨਹੀਂ ਹਨ, ਸੂਫੀ ਵੀ ਨਹੀਂ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਤੇਰੇ ਕਹਿਣ ਦਾ ਵਿਸ਼ਾ ਨਹੀਂ ਕਾਜੀ, ਅਸੀਂ ਖੁਦ ਇਕਬਾਲ ਕਰਦੇ ਹਾਂ ਕਿ ਗੁਨਾਹੀ ਭਰਿਆ ਮੈਂ ਫਿਰਾਂ। ਕਹਿਣ ਲੱਗੇ ਠੀਕ, ਹੁਣ ਲੋਕ ਕਹਿ ਰਹੇ ਨੇ, ਮੈਂ ਕੀ ਕਰਾਂ? ਹੁਣ ਲੋਕ ਕਹਿ ਰਹੇ ਨੇ, ਲੋਕਾਂ ਨੂੰ ਰੋਕਣਾ ਮੇਰਾ ਕਰਮ ਨਹੀਂ, ਮੈਂ ਤਾਂ ਖੁਦ ਤੈਨੂੰ ਕਹਿ ਰਿਹਾ ਕਿ ਮੇਰਾ ਜੀਵਨ ਇਵੇਂ ਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਇਸ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਰੱਬੀ ਸਾਧਕ ਹੁੰਦੇ ਨੇ, ਉਹਨਾਂ ਨੂੰ ਦੁਨੀਆ ਜਿਵੇਂ ਮਰਜ਼ੀ ਸੰਬੋਧਿਤ ਕਰੇ, ਉਹ ਆਪਣੇ ਅਸਲ ਪ੍ਰਤੀ ਬਿਲਕੁਲ ਚੇਤੰਨ ਰਹਿੰਦੇ ਹਨ ਅਤੇ ਕਦੀ ਦੁਨੀਆ ਦੇ ਕਹਿਣ 'ਤੇ ਨਹੀਂ ਭਰਮਦੇ ਹਨ, ਅਤੇ ਲਿਬਾਸ ਨੂੰ ਧਾਰਨ ਕਰਕੇ ਕੇਵਲ ਲਿਬਾਸ ਧਾਰਨ ਕਰਨ ਵਾਲੇ ਨਹੀਂ ਰਹਿ ਜਾਂਦੇ, ਉਸ ਫਕੀਰੀ ਜੀਵਨ ਦੇ ਸਿਖਰ ਨੂੰ ਵੀ ਕਮਾਉਂਦੇ ਹਨ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਤਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ। ਤਤੀ ਦਾ ਭਾਵ ਹੁੰਦਾ ਸੜ ਗਈ ਜਾਂ ਸੜੀ ਹੋਈ। ਤੋਏ ਦਾ ਭਾਵ ਹੁੰਦਾ ਹੈ ਜਲ, ਪਾਣੀ ਆਦਿਕ। ਪੱਲਵੈ ਦਾ ਭਾਵ ਪੱਲਰ ਦੀ, ਮੌਲ ਦੀ, ਵਿਗਸਦੀ, ਵਾਧੀ ਫੁੱਲਦੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜ਼ਿਕਰ ਕਰਦੇ ਹਨ ਤਤੀ ਤੋਏ ਨਾ ਪੱਲਵੈ, ਜਿਹੜੀ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਸੜ ਗਈ ਹੈ,
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ ਪੱਲਵੈ, ਜਿਹੜੀ ਪਾਣੀ ਦੇ ਅੰਦਰ ਰਹਿੰਦਿਆਂ ਹੋਇਆਂ ਹੀ ਖੇਤੀ ਸੜ ਗਈ ਹੈ, ਉਹਨੂੰ ਕੁਦਰਤੀ ਹੈ ਜੇ ਜਲ ਟੁੱਬੀ ਦੇ। ਭਾਵ ਕਿ ਜਿਹੜੀ ਪਾਣੀ ਅੰਦਰ ਰਹਿੰਦਿਆਂ ਸੜ ਗਈ, ਉਹਨੂੰ ਹੋਰ ਪਾਣੀ ਭਰ ਦਿੱਤਾ ਜਾਵੇ, ਉਹ ਜਿਹੜੀ ਹੈ ਮੁੜ ਕੇ ਜਿਹੜੀ ਹੈ ਹਰਿਆਵਲ ਨਹੀਂ ਹੋ ਸਕਦੀ। ਇੱਕ ਖੇਤੀ ਹੈ ਜਿਹੜੀ ਪਾਣੀ ਤੋਂ ਬਿਨਾਂ ਸੜ ਗਈ, ਉਹਨੂੰ ਪਾਣੀ ਨਹੀਂ ਮਿਲਿਆ, ਦੁਬਾਰਾ ਪਾਣੀ ਦੇਵਾਂਗੇ ਰੋਜ਼ ਰੋਜ਼, ਥੋੜ੍ਹੇ ਬਹੁਤਾ ਉਹਦੇ ਪੁੰਗਰਨ ਦੀ, ਦੁਬਾਰਾ ਪੱਲਰਨ ਦੀ ਸੰਭਾਵਨਾ ਬਣ ਜਾਂਦੀ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਖੇਤੀ ਬਿਲਕੁਲ ਪਾਣੀ ਦੇ ਨਾਲ ਭਰੀ ਵੀ ਹੋਵੇ, ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸੜ ਜਾਵੇ, ਉਹਦਾ ਕੁਝ ਨਹੀਂ ਹੋ ਸਕਦਾ। ਇਸੇ ਤਰ੍ਹਾਂ ਫਰੀਦਾ ਜੋ ਡੋਹਾਗਣ ਰੱਬ ਦੀ ਚੂਹ ਰਹਿੰਦੀ ਚੂਰੇ, ਕਿ ਜਿਹੜੇ ਕੁਝ ਐਸੇ ਵੀ ਹਨ ਕਿ ਜਿਹੜੇ ਧਰਮ ਦੇ ਦਾਇਰੇ ਦੇ ਅੰਦਰ ਰਹਿ ਕੇ ਵੀ ਸ਼ੁਭ ਗੁਣਾਂ ਤੋਂ ਖਾਲੀ ਰਹਿ ਗਏ ਹਨ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਡੋਹਾਗਣਾਂ ਵਰਗੇ ਹਨ, ਦੁਹਾਗਣੀ ਵਰਗੇ ਹਨ। ਦੁਹਾਗਣੀ ਦਾ ਸਰਲ ਗੁਰਬਾਣੀ 'ਚ ਰੂਪਕ ਸਾਰੀ ਬਾਣੀ 'ਚ ਚੱਲਦਾ ਹੈ। ਇਹਦਾ ਸਰਲ ਜਿਹਾ ਜ਼ਿਕਰ ਕਰਦਿਆਂ ਕਿ ਸੁਹਾਗਣੀ ਦਾ ਭਾਵ ਹੈ ਕਿ ਸੁਹਾਗਣੀ ਕੋਲੋਂ ਵੇਸ ਜਿਹੜਾ ਹੈ ਸੂਹਾ ਹੁੰਦਾ, ਪਰ ਉਹਦੇ ਸੂਹਾ ਵੇਸ ਇਕੱਲਾ ਵੇਸ ਨਹੀਂ ਹੁੰਦਾ, ਉਹਦੇ ਕੋਲੋਂ ਇੱਕ ਕੰਤ ਦਾ ਸਾਥ ਵੀ ਹੁੰਦਾ, ਉਹਦੇ ਕੋਲੋਂ ਗ੍ਰਸਤ ਦੀ ਪ੍ਰਤੀਵਰਤ ਮਰਿਆਦਾ ਵੀ ਹੁੰਦੀ ਹੈ, ਉਹ ਕਿਸੇ ਦੂਜੇ ਪ੍ਰਤੀ ਝਾਕਵਾਨ ਵੀ ਨਹੀਂ ਹੁੰਦੀ। ਜਿਹੜੀ ਦੁਹਾਗਣ ਹੁੰਦੀ ਹੈ ਉਹਦੇ ਕੋਲੋਂ ਵੇਸ ਵੀ ਹੁੰਦਾ ਹੈ, ਬੇਸ ਹੁੰਦਾ ਹੈ, ਪਰ ਮਰਿਆਦਾ ਨਹੀਂ ਹੁੰਦੀ। ਅੰਤਰ ਹਿਰਦਾ ਸੁਹਾਗਣੀ ਵਰਗਾ ਨਹੀਂ ਹੁੰਦਾ, ਨਾ ਹੀ ਉਹ ਪੂਰੀ ਤਰ੍ਹਾਂ ਉਹਦੀ ਪਾਬੰਦ ਹੁੰਦੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਡੋਹਾਗਣ ਰੱਬ ਦੀ ਚੂਹ ਰਹਿੰਦੀ ਚੂਰੇ, ਜਿਹੜੇ ਧਰਮ ਦੇ ਦਾਇਰੇ ਅੰਦਰ ਰਹਿ ਕੇ ਸ਼ੁਭ ਗੁਣਾਂ ਤੋਂ, ਪਵਿੱਤਰ ਜੀਵਨ ਤੋਂ, ਮਾਲਕ ਦੇ ਨਾਲ ਪੂਰੇ ਮਿਲਾਪ ਤੋਂ ਬਿਨਾਂ ਖਾਲੀ ਰਹਿ ਗਏ ਹਨ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਝੂਹ ਰਹਿੰਦੀ, ਉਹ ਝੁਰਦੇ ਹਨ ਦਿਨ ਬਾ ਦਿਨ, ਕਦੇ ਉਹਨਾਂ ਦੇ ਜੀਵਨ ਦੀ ਪੂਰੀ ਜਿਹੜੀ ਬਾਤ ਨਹੀਂ ਬਣਦੀ। ਬੜਾ ਗਹਿਰਾ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਜੀ ਦਾ, ਕਈ ਨੁਕਤਿਆਂ ਦੇ ਨਾਲ ਇਹਦਾ ਵਿਸਥਾਰ ਹੋ ਸਕਦਾ ਹੈ। ਬਾਬਾ ਫਰੀਦ ਸਾਹਿਬ ਜੀ ਆਖਦੇ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ। ਪਹਿਲਾ ਨੁਕਤਾ ਧਰਮ ਦੇ ਨੁਕਤੇ ਤੋਂ ਹੀ ਵਾਚ ਲਈ। ਹੁਣ ਕੁਦਰਤੀ ਹੈ ਇੱਕ ਬੰਦੇ ਦੇ ਜੀਵਨ 'ਚ ਪਾਪ ਹੈ, ਕਿਸੇ ਬੰਦੇ ਦੀ ਕਲਪਨਾ ਕਰ ਲਈਏ ਉਹਦੇ ਜੀਵਨ ਦੇ ਵਿੱਚ ਪਾਪ ਹੈ, ਵਕਾਰ ਹੈ, ਮਨ ਦੇ ਅਸਾਧ ਫੁਰਨਿਆਂ ਦੇ ਮਗਰ ਲੱਗ ਕੇ ਉਹ ਦਿਨ ਰਾਤ ਮੰਦੀ ਸੰਗਤ ਦੇ ਵਿੱਚ ਮੰਦੇ ਕਰਮਾਂ ਦੀ ਤਰਫ, ਮੰਦੇ ਮਾਰਗ ਦੀ ਤਰਫ ਚੱਲਦਾ ਹੈ, ਤਾਂ ਕੁਦਰਤੀ ਕਹਿ ਦੇਵਾਂਗੇ ਕਿ ਜੀ ਇਹਨੂੰ ਉੱਤਮ ਸੰਗਤ ਨਹੀਂ ਪ੍ਰਾਪਤ ਹੋਈ, ਇਸ ਕਰਕੇ ਇਹਦਾ ਜੀਵਨ ਉੱਤਮ ਨਹੀਂ। ਕੁਦਰਤੀ ਹੈ, ਉਹਦੇ ਉੱਪਰ ਕੋਈ ਦੋਸ਼ ਸ਼ਾਇਦ ਨਹੀਂ ਕੀਤਾ ਜਾ ਸਕੇਗਾ। ਹੁਣ ਜਿਹੜਾ ਪਾਠ ਕਿਸੇ ਤਰ੍ਹਾਂ ਦੀ ਉੱਤਮ ਸੰਗਤ ਵਿੱਚ ਬੈਠਾ ਨਹੀਂ, ਕਿਸੇ ਗੁਰੂ ਦੇ ਕੋਲ ਬੈਠ ਕੇ ਗਿਆਨਮਈ ਸਾਧਨਾ ਨਹੀਂ ਕੀਤੀ, ਉਹਦਾ ਜੀਵਨ ਅਗਿਆਨ ਦੇ ਨਾਲ, ਪਾਪ ਦੇ ਨਾਲ, ਮਨਮੁਖਤਾ ਦੇ ਨਾਲ ਭਰਿਆ ਰਹੇ, ਤਾਂ ਕਿਹਾ ਜਾ ਸਕਦਾ ਕਿ ਇਹ ਤਾਂ ਜਲ ਦੇ ਨੇੜੇ ਗਿਆ ਹੀ ਨਹੀਂ, ਪਿਆਸਾ ਹੀ ਰਹਿਣਾ ਸੀ, ਪਿਆਸ ਦੇ ਨਾਲ ਹੀ ਮਰਨਾ ਸੀ ਇਹਨੇ। ਹੁਣ ਕੁਦਰਤੀ ਜਿਹੜਾ ਜਲ ਦੇ ਨੇੜੇ ਜਾ ਕੇ ਜਲ ਮੂੰਹ ਦੇ ਵਿੱਚ ਪਾ ਕੇ ਪੇਟ ਤੱਕ ਉਤਾਰਨ ਦੇ ਬਾਵਜੂਦ ਵੀ ਪਿਆਸ ਦੇ ਨਾਲ ਸੜ ਰਿਹਾ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਇਹਦੇ ਜੀਵਨ ਦਾ ਹਾਲ ਕੀ ਹੋਏਗਾ। ਕੁਦਰਤੀ ਕਟਾਕਸ਼ ਕੀਤਾ। ਹੁਣ ਦੋਵੇਂ ਸ਼ਲੋਕ ਕਟਾਕਸ਼ ਨੇ ਧਾਰਮਿਕ ਲੋਕਾਂ ਉੱਪਰ, ਕਿ ਧਾਰਮਿਕ ਲੋਕ ਕੇਵਲ ਲਿਬਾਸ ਧਾਰਨ ਕਰਕੇ ਦੁਨੀਆ ਨੂੰ ਭਰਮਾਉਂਦੇ ਫਿਰਦੇ ਹਨ, ਪਰ ਖੁਦ ਨਹੀਂ ਦੱਸਦੇ ਕਿ ਅਸੀਂ ਇੰਨੇ ਮੈਲੇ ਹਾਂ। ਇੰਝ ਹੀ ਆਖਦੇ ਹਨ ਕਿ ਜੋ ਡੋਹਾਗਣ ਰੱਬ ਦੀ, ਕਿ ਜਿਹੜਾ ਧਰਮ ਦਾ ਵੇਸ ਹੈ ਉਹ ਦੁਨੀਆ ਦੇ ਵਿੱਚ ਸੁਹਾਗਣ ਵਾਂਗ ਸਤਿਕਾਰਿਆ ਜਾ ਰਿਹਾ ਹੈ, ਪਰ ਜੀਵਨ ਦੇ ਵਿੱਚ ਜਦੋਂ ਪੁਣ ਛਾਣ ਕੀਤੀ ਕਰਦੇ ਹਾਂ ਤਾਂ ਉਦੋਂ ਨਜ਼ਰ ਆਉਂਦਾ ਹੈ ਕਿ ਇਹ ਤਾਂ ਸਾਰੇ ਸ਼ੁਭ ਗੁਣਾਂ ਤੋਂ ਖਾਲੀ ਹਨ, ਕੇਵਲ ਉਹਦੀ ਬਾਤ ਹੀ ਕਰ ਰਹੇ ਹਨ, ਪੱਲੇ ਕੱਝ ਨਹੀਂ ਹੈ। ਮਹਾਤਮਾ ਬੁੱਧ ਨੇ ਧੰਮਪਦ ਦੇ ਅੰਦਰ ਨਾ ਇੱਕ ਸ਼ਲੋਕ ਕਿਹਾ, ਉਹ ਸ਼ਲੋਕ ਦੇ ਅੰਦਰ ਉਹਨਾਂ ਨੇ ਦੁਨੀਆ ਦੇ ਵਿੱਚ ਕਥਾ ਕਰਨ ਵਾਲੇ, ਗਿਆਨ ਦੀ ਵਾਰਤਾ ਕਰਨ ਵਾਲੇ, ਇਹਨਾਂ ਬਾਰੇ ਇੱਕ ਸ਼ਲੋਕ ਕਿਹਾ। ਕਹਿੰਦੇ ਇਹ ਉਹ ਬੰਦੇ ਹੁੰਦੇ ਨੇ ਕਿ ਜਿਹੜੇ ਆਪਣੇ ਮਹਿਬੂਬ ਦੀ ਬਾਤ ਪਾਉਂਦੇ ਨੇ ਕਿ ਉਹ ਬੜਾ ਸੁੰਦਰ ਹੈ, ਬੜਾ ਸੋਹਣਾ ਹੈ, ਬੜੀ ਕਿਰਪਾ ਵਾਲਾ ਹੈ, ਪਰ ਕਹਿੰਦੇ ਕਦੀ ਖੁਦ ਇਹਨਾਂ ਨੇ ਦਰਸ਼ਨ ਨਹੀਂ ਕੀਤੇ। ਇਹ ਉਸ ਮੰਜ਼ਿਲ ਦੀ ਗੱਲ ਕਰਦੇ ਹਨ ਜਿਹਦੀ ਪੌੜੀ ਬੜੀ ਉੱਚੀ ਹੈ, ਜਿਹਦੇ ਉੱਪਰ ਚੱਲਣਾ ਬੜਾ ਔਖਾ, ਉਹਦੀ ਬਾਤ ਬੜੀ ਖੂਬਸੂਰਤੀ ਦੇ ਨਾਲ ਕਰਦੇ ਹਨ, ਪਰ ਖੁਦ ਨਹੀਂ ਚੱਲੇ ਹੁੰਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਜੇ ਜਲ ਟੁੱਬੀ ਦੇ। ਹੁਣ ਕੁਦਰਤੀ ਹੈ ਧਰਮ ਦੇ ਦਾਇਰੇ ਅੰਦਰ ਦਾਖਲ ਹੋ ਕੇ ਹੁਣ ਪਹਿਰਾਵੇ ਦੀ ਗੱਲ ਚੱਲੀ। ਵਰਤਮਾਨ ਸਮੇਂ 'ਚ ਕਈ ਕਥਨੀ ਕਰਨ ਵਾਲਿਆਂ ਦਾ ਪਹਿਰਾਵਾ ਦੇਖ ਕੇ ਹੈਰਾਨੀ ਹੁੰਦੀ ਕਿ ਉਤਨੀ ਚੰਚਲਤਾਈ ਤਾਂ ਇੱਕ ਆਮ ਦੁਨਿਆਵੀ ਬੰਦੇ ਦੇ ਮਨ ਅੰਦਰ ਨਹੀਂ ਹੈ।
हैरानगी की गल है, कई रंगां का समूह बन के संबोधित हो रहे होंदे ने। दस्तार का रंग होर, वस्त्र का होर, मतलब इतने ज़्यादा रंगां का समूह। तो कुदरती अपने जीवन च वस्त्रां दे तल ते सादगी नहीं आई, तो दूजे नूं सादगी का उपदेश देना। बाबा फरीद साहब जी कहते इसे तरह डोहागण वाला चिन्ह है कि दूजिਆਂ ਨੂੰ कुदरती ਉਹਦੇ ਵਰਗਾ ਵੇਸ ਧਾਰਨ ਕਰ ਲੈਣਾ, पर उवें ਦੀ ਮਰਿਆਦਾ ਨਾ ਹੋਣੀ। ਇੰਝ ਹੀ ਧਰਮ ਦੇ ਦਾਇਰੇ ਵਿੱਚ ਰਹਿ ਕੇ ਸ਼ੁਭ ਗੁਣਾਂ ਦੇ ਅਭਿਆਸ ਲਈ ਦੂਜੇ ਨੂੰ ਸੰਬੋਧਿਤ ਕਰਨਾ, ਪਰ ਖੁਦ ਜੀਵਨ ਦੇ ਵਿੱਚ ਤ੍ਰਿਸ਼ਨਾ ਦੇ ਨਾਲ, ਵਾਸਨਾ ਦੇ ਨਾਲ, ਵਿਕਾਰਾਂ ਦੇ ਫੁਰਨਿਆਂ ਦੇ ਨਾਲ ਸੜਦੇ ਰਹਿਣਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਡੋਹਾਗਣਾਂ ਦੇ ਲੱਛਣ ਹਨ ਕਿ ਹੁਣ ਉਹਨੇ ਵੇਸ ਤਾਂ ਧਾਰਨ ਕਰ ਲਿਆ, ਹੁਣ ਜਿਹੜੀ ਡੋਹਾਗਣ ਹੈ ਉਹ ਵੀ ਸੂਹਾ ਵੇਸ ਪਹਿਨ ਲੈਂਦੀ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੂਹਾ ਵੇਸ ਪਹਿਨਣ ਦੇ ਨਾਲ ਸੁਹਾਗਣ ਨਹੀਂ ਹੋਣ ਵਾਲੀ। ਧਰਮ ਦਾ ਵੇਸ, ਧਰਮ ਦਾ ਦਾਇਰਾ ਧਾਰਨ ਕਰਨ ਦੇ ਨਾਲ, ਪ੍ਰਵੇਸ਼ ਕਰਨ ਦੇ ਨਾਲ ਹੀ ਜੀਵਨ ਪਵਿੱਤਰ ਹੋਣ ਵਾਲਾ ਨਹੀਂ। ਜੀਵਨ ਪਵਿੱਤਰ ਹੋਵੇ ਉਦੋਂ ਹੋਵੇਗਾ ਜਦੋਂ ਧਰਮ ਦੀ ਮੇਨ ਮੂਲ ਸਾਧਨਾ ਦੇ ਵਿੱਚ ਬੰਦਾ ਆਪਣੇ ਆਪ ਨੂੰ ਪਾਵੇਗਾ। ਪਰ ਸਮੱਸਿਆ ਤਾਂ ਸਾਰੀ ਇੱਥੇ ਖੜੀ ਹੈ। ਹੁਣ ਕੁਦਰਤੀ ਹੈ, ਧਾਰਮਿਕ ਅਧਿਆਤਮਿਕ ਵਿਦਵਾਨਾਂ ਨੇ ਇੱਕ ਬੜੀ ਸੁੰਦਰ ਗੱਲ ਕਹੀ ਹੈ ਕਿ ਧਰਮ ਅਤੇ ਪਾਖੰਡ ਦਾ ਨਾ ਬੜਾ ਬਰੀਕ ਫਰਕ ਹੈ। ਬੜਾ ਬਾਰੀਕ ਫਰਕ ਦਾ ਮਤਲਬ ਕੀ ਹੈ? ਹੁਣ ਦੁਨੀਆ ਦੇ ਵਿੱਚ ਸਾਨੂੰ ਅਸਲ 'ਚ ਧਰਮ ਦੀ ਸਾਧਨਾ ਠੀਕ ਸਮਝ ਆਉਂਦੀ ਵੀ ਨਹੀਂ। ਹੁਣ ਬਹੁਤੀ ਵਾਰੀ ਬੰਦਾ ਸੋਚਦਾ ਮੈਂ ਰੋਜ਼ਾਨਾ ਗੁਰੂਦੁਆਰ ਜਾਵਾਂਗਾ ਤਾਂ ਮੈਂ ਧਰਮੀ ਹੋ ਸਕਾਂਗਾ, ਪਰ ਉਹਨੂੰ ਇਹ ਨਹੀਂ ਪਤਾ ਕਿ ਧਰਮ ਦਾ ਮੁੱਢਲਾ ਕਦਮ ਹੀ ਆਪਣੇ ਅੰਤਰੀਵ ਨੂੰ ਦਇਆ ਦੇ ਗੁਣ ਨਾਲ ਸ਼ਿੰਗਾਰਨਾ ਹੈ। ਇੱਕ ਪਾਸੇ ਦੇਖ ਲਓ ਕਿੰਨਾ ਬਰੀਕ ਫਰਕ ਹੈ। ਬੰਦੇ 20 ਵਰੇ ਗੁਰੂ ਘਰ ਵੀ ਆ ਜਾਂਦੇ ਹਨ, ਆਉਂਦੇ ਹਨ, ਨਾ ਉਹਨਾਂ ਦੀ ਬੋਲਣੀ ਦੇ ਵਿੱਚ ਦਇਆ ਹੈ, ਨਾ ਦੇਖਣ ਤੋਂ ਦਇਆ ਝਲਕਦੀ ਹੈ, ਨਾ ਉਹਨਾਂ ਦੇ ਕਰਨ ਤੋਂ ਦਇਆ ਝਲਕਦੀ ਹੈ, ਪਰ 20 ਸਾਲ ਧਰਮ ਦਾ ਕੰਮ ਕੀਤਾ, ਗੁਰੂਦੁਆਰੇ ਆਇਆ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਧਰਮ ਅਤੇ ਪਾਖੰਡ ਦਾ ਬੜਾ ਬਰੀਕ ਫਰਕ ਹੈ। ਬੰਦੇ ਲਈ ਹੁਣ ਕੁਦਰਤੀ ਗੁਰੂ ਘਰ ਆਉਣਾ ਇੱਕ ਨੁਕਤੇ ਤੋਂ ਆਸਾਨ ਹੈ, ਪਰ ਜਦੋਂ ਧਰਮ ਦਾ ਪਹਿਲਾ ਗੁਣ ਦਇਆ ਦੇ ਸਹਿਤ ਹੋਣਾ ਬੜਾ ਔਖਾ ਹੈ। ਦੂਜੇ ਦੇ ਅਨਾਦਰੀ ਭਰੇ ਬੋਲ ਨੂੰ ਜਰਨਾ, ਜਾਂ ਦੂਜੇ ਦੇ ਜੀਵਨ ਦੀ ਕਿਸੇ ਭੁੱਲ ਨੂੰ ਅਣਡਿੱਠ ਕਰ ਦੇਣਾ, ਜਾਂ ਜੀਵਨ ਦੇ ਵਿੱਚ ਜੋ ਆਲੇ ਦੁਆਲੇ 'ਚ ਬੁਰਾ ਚੱਲ ਰਿਹਾ ਉਹਨੂੰ ਦੇਖ ਕੇ ਥੋੜ੍ਹਾ ਧੀਰਜ, ਸ਼ਾਂਤ, ਸਹਿਜ ਦੇ ਵਿੱਚ ਰਹਿਣਾ, ਇਹ ਨਹੀਂ ਬੰਦਾ ਕਮਾਏਗਾ। ਇਸ ਕਰਕੇ ਜੇ ਕੁਦਰਤੀ ਹੈ, ਹੁਣ ਦੁਨੀਆ ਦੇ ਵਿੱਚ ਅਸੀਂ ਇਹ ਚੀਜ਼ਾਂ ਦੇਖਦੇ ਹਾਂ, ਜਿੰਨਾ ਧਰਮ ਦੇ ਬਾਰੇ ਬੋਲਿਆ ਜਾਂ ਸੁਣਿਆ ਜਾਂਦਾ ਹੈ, ਜੇ ਠੀਕ ਢੰਗ ਦੇ ਨਾਲ ਵਿਸ਼ਲੇਸ਼ਣ ਕਰ ਲਈਏ ਤਾਂ 3-4% ਤੋਂ ਵੱਧ ਅਮਲ ਨਹੀਂ ਹੁੰਦਾ। ਹਰੇਕ ਬੰਦਾ ਧਰਮ ਦੇ ਨਾਂ 'ਤੇ ਕਿਰਿਆ ਕਰ ਰਿਹਾ, ਪਰ ਧਰਮ ਦੇ ਅੰਤਰੀਵ ਭਾਵ ਨੂੰ ਧਾਰਨ ਨਹੀਂ ਕਰ ਰਿਹਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜੋ ਡੋਹਾਗਣ ਰੱਬ ਦੀ, ਸੂਹਾ ਵੇਸ ਧਾਰਨ ਕਰਕੇ ਵੀ ਇਹਨਾਂ ਨੂੰ ਕੰਤ ਦਾ ਸਾਥ ਨਹੀਂ ਪ੍ਰਾਪਤ, ਕਿਉਂਕਿ ਇਕੱਲਾ ਵੇਸ ਨਹੀਂ, ਉਹ ਸਮਰਪਣ ਵੀ ਕਰਨਾ ਪੈਣਾ ਸੀ। ਜਿਵੇਂ ਕੁਦਰਤੀ ਹੁਣ ਕਿਸੇ ਨੇ ਸੁਹਾਗਣ ਦੇ ਵੇਸ ਵਿੱਚ ਢਲਣਾ ਹੈ, ਉਹਨੂੰ ਆਪਣੇ ਪੇਕੇ ਘਰ ਦਾ ਤਿਆਗ ਕਰਨਾ ਪੈਂਦਾ, ਆਪਣੇ ਜੀਵਨ ਦੀਆਂ ਪਹਿਲੀਆਂ ਕਈ ਆਦਤਾਂ ਦਾ ਵੀ ਤਿਆਗ ਕਰਨਾ ਪੈਂਦਾ ਹੈ, ਆਪਣੇ ਕਈ ਮਾਨਸਿਕ ਦ੍ਰਿਸ਼ਟੀਕੋਣ ਵੀ ਤਿਆਗਣੇ ਪੈਂਦੇ ਹਨ, ਦੂਜੇ ਦੀ ਮਰਜ਼ਾਦਾ ਦੇ ਅਨੁਸਾਰ ਹੋਣਾ ਪੈਂਦਾ ਹੈ। ਇਕੱਲਾ ਧਰਮ ਦਾ ਲਿਬਾਸ ਕੁਝ ਨਹੀਂ ਕਰੇਗਾ ਜਿੰਨਾ ਚਿਰ ਧਰਮ ਦੀ ਪਵਿੱਤਰ ਮਰਜ਼ਾਦਾ ਨੂੰ ਧਾਰਨ ਨਹੀਂ ਕਰਦਾ। ਹੁਣ ਕਈ ਵਾਰੀ ਦੇਖਿਆ ਬੰਦੇ ਬੜੇ ਜੀਵਨ ਦੇ ਵਿੱਚ ਧਰਮ ਦੇ ਦਾਇਰੇ ਵਿੱਚ ਵਿਚਰ ਰਹੇ ਹਨ, ਪਰ ਉਹਨਾਂ ਦੀ ਉੱਠਣੀ ਬੈਠਣੀ ਐਸੇ ਮਲੀਨ ਪੁਰਖਾਂ ਦੇ ਨਾਲ ਹੁੰਦੀ ਹੈ, ਬੰਦਾ ਜੀਵਨ ਦੇ ਵਿੱਚ ਦੁਬਿਧਾ ਗ੍ਰਸਤ ਹੋ ਜਾਂਦਾ ਹੈ। ਮੇਰੇ ਕੋਈ ਨਿਕਟ ਵਰਤੀ ਸਨ, ਉਹ ਵੀ ਇਸੇ ਖੇਤਰ 'ਚ ਵਿਚਰਦੇ ਸਨ, ਪਰ ਉਹਨਾਂ ਦੀ ਸੰਗਤ ਬੜੇ ਮੰਦਿਆ ਸੰਗ ਸੀ। ਤਾਂ ਕੁਦਰਤੀ ਇੱਕ ਵਾਰੀ ਤਨਜ ਕਰ ਦਿੱਤੀ ਕਿ ਥੋੜ੍ਹਾ ਜਿਹਾ ਤਾਂ ਦੂਰੀ ਬਣਾ ਕੇ ਚੱਲੋ। ਕਹਿੰਦਾ ਨਹੀਂ, ਮੇਰੇ ਮਿੱਤਰ ਹਨ, ਮੇਰੇ ਨੇੜਲੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਝੂਰੇਂਦੀ ਝੂਰੇ, ਇਹ ਝੂਰੇਂਦੇ ਰਹਿੰਦੇ ਹਨ, ਅਤੇ ਜੀਵਨ ਦੇ ਵਿੱਚ ਹੋ ਸਕਦਾ ਇਹਨਾਂ ਤੋਂ ਕੋਈ ਲਾਭ ਉਠਾ ਜਾਂਦਾ ਹੋਵੇ, ਪਰ ਇਹ ਖੁਦ ਜੀਵਨ ਦੇ ਵਿੱਚ ਝੂਰਦੇ ਰਹਿੰਦੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਤੱਤੀ ਤੋਏ ਨਾ ਪੱਲਵੈ, ਪਹਿਲਾ ਨੁਕਤਾ ਹੋ ਗਿਆ। ਦੂਜਾ ਨੁਕਤਾ ਹੁਣ ਹੋਰ ਅਰਜ਼ ਕਰਦੇ ਹਾਂ। ਤੱਤੀ ਤੋਏ ਨਾ ਪੱਲਵੈ ਦਾ ਭਾਵ ਇਹ ਹੈ ਕਿ ਜਿਹੜਾ ਮਾਲਕ ਨੇ ਇਹ ਸੰਸਾਰ ਰਚਿਆ, ਸਾਰਾ ਬ੍ਰਹਿਮੰਡ ਰਚਿਆ, ਇਸ ਬ੍ਰਹਿਮੰਡ ਦੇ ਵਿੱਚ ਜਿਹੜਾ ਸਾਡਾ ਮਨੁੱਖਾ ਜੀਵਨ ਬਣਿਆ, ਇਹ ਬੜਾ ਅਮੋਲਕ ਸੀ, ਬੜਾ ਦੁਰਲੱਭ ਸੀ।
ਇਸ ਅਮੋਲਕ ਜੀਵਨ ਦੇ ਵਿੱਚ ਗੁਣਾਂ ਦੀ ਸਾਧਨਾ ਕਰਕੇ, ਭਗਤੀ ਦੀ ਰਾਸ ਪੱਲੇ ਬੰਨ੍ਹ ਕੇ, ਗਿਆਨ ਦੇ ਨਾਲ ਆਪਣੇ ਜੀਵਨ ਦੇ ਅੰਦਰ ਪ੍ਰਕਾਸ਼ ਕਰਕੇ ਸੁਹਾਗਣ ਦੇ ਵਾਂਗ ਉਜਲੇ ਹੋ ਜਾਣਾ ਸੀ। ਪਰ ਬਾਬਾ ਫਰੀਦ ਸਾਹਿਬ ਜੀ ਆਖਦੇ, ਤੱਤੀ ਤੋਏ ਨਾ ਪੱਲਵੈ। ਇਸ ਸੰਸਾਰ ਵਿੱਚ ਰਹਿੰਦਿਆਂ, ਕਾਇਆ ਦੇ ਵਿੱਚ ਰਹਿ ਕੇ, ਪ੍ਰਾਣਾਂ ਦੇ ਆਧਾਰ ਨਾਲ ਗਿਆਨ ਇੰਦਰੀਆਂ ਦੇ, ਕਰਮ ਇੰਦਰੀਆਂ ਦੇ ਸਹਿਤ ਸੁੱਖ ਮਾਣਦਿਆਂ ਹੋਇਆਂ ਵੀ ਪਰਮੇਸ਼ਰ ਦੀ ਯਾਦ ਨਹੀਂ ਆਈ ਜਾਂ ਰੱਬੀ ਕਰਮ ਨਹੀਂ ਕੀਤੇ। ਜੀਵਨ ਮਿਲਿਆ ਸੀ ਕਿ ਕੁਦਰਤੀ, ਹੁਣ ਦੇਖੋ ਸਾਡੇ ਕੋਲੋਂ ਰਿਜ਼ਕ ਵੀ ਭਰਪੂਰ ਹੈ। ਸਾਡੇ ਜੀਵਨ ਦੇ ਸੰਗ ਸਾਥ ਨੂੰ ਮਾਲਕ ਨੇ ਬੜੇ ਸੰਬੰਧਾਂ ਦੇ ਨਾਲ ਪਰਿਪੂਰਨ ਕੀਤਾ ਹੈ। ਸਾਡੇ ਜੀਵਨ ਨੂੰ ਉੱਤਮ ਬੁੱਧ ਵੀ ਦਿੱਤੀ ਹੈ, ਮਨ ਵੀ ਦਿੱਤਾ ਹੈ, ਸਾਰਾ ਕੁਝ ਦਿੱਤਾ ਹੋਇਆ ਹੈ। ਇਹ ਇਸ ਕਰਕੇ ਕਿ ਬੰਦਾ ਸੰਪੂਰਨ ਰੂਪ ਦੇ ਵਿੱਚ ਭਗਤੀ ਦੇ ਗੁਣਾਂ ਨੂੰ ਕਮਾ ਕੇ ਤੇ ਆਪਣੇ ਪਿਰ ਮਾਲਕ ਦੇ ਨਾਲ ਅਭੇਦ ਹੋ ਸਕੇ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇੰਨਾ ਕੁਝ ਹੁੰਦਿਆਂ ਹੋਇਆਂ ਵੀ ਜੀਵਨ ਸੜ ਗਿਆ ਹੈ। ਮਤਲਬ ਨਾ ਇਹਨਾਂ ਨੇਤਰਾਂ ਦੇ ਨਾਲ ਪਵਿੱਤਰ ਦੇਖਿਆ, ਨਾ ਕੰਨਾਂ ਦੇ ਨਾਲ ਨਿਰਮਲ ਸੁਣਿਆ, ਤੇ ਨਾ ਹੀ ਹਿਰਦੇ ਦੇ ਨਾਲ ਚੰਗਾ ਚਿਤਵਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਸ ਸੰਸਾਰ ਸਾਗਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਦੇ ਦੁਰਲੱਭ ਬੂਟੇ ਨੂੰ ਬਿਨਾਂ ਪਛਾਣ ਕਰਨ ਤੋਂ ਸਾੜ ਲਿਆ ਹੈ। ਤੇ ਹੁਣ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਦੋਂ ਸੜ ਗਿਆ ਹੈ ਫਿਰ ਝੂਰਦੇ ਹਨ। ਜਦੋਂ ਜੀਵਨ ਦੀ ਸੰਧਿਆ ਆ ਜਾਂਦੀ ਹੈ ਫਿਰ ਪਤਾ ਲੱਗਦਾ ਹੈ ਕਿ ਔਗਣ ਹੀ ਔਗਣ ਪੱਲੇ ਹਨ, ਗੁਣਾਂ ਦੀ ਰਾਸ ਤਾਂ ਕੁਝ ਪੱਲੇ ਨਹੀਂ। ਧਰਮ ਦਾ ਜ਼ਿਕਰ ਸਾਰੀ ਜੀਵਨ ਸੁਣਦੇ ਰਹੇ, ਪਰ ਉਹਨੂੰ ਕਮਾਈ ਤਾਂ ਉਹਦੀ ਇੱਕ ਵਰਸ਼ ਵੀ ਨਹੀਂ ਕੀਤੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਿਰ ਦੁਹਾਗਣ ਰੱਬ ਦੀ ਚੂਰੇਂਦੀ ਚੂਰੇ, ਫਿਰ ਉਹਨਾਂ ਦੇ ਪਾਸ ਪਛਤਾਵਾ ਹੀ ਰਹਿ ਜਾਂਦਾ। ਇਹ ਦੂਜਾ ਨੁਕਤਾ। ਤੀਜਾ ਨੁਕਤਾ ਅਰਜ਼ ਕਰਦੇ ਹਾਂ, ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ। ਜਿਨ੍ਹਾਂ ਨੇ ਕਦੇ ਹੜ੍ਹ ਦੀ ਸਥਿਤੀ ਦੇਖੀ ਹੋਵੇਗੀ ਉਹਨਾਂ ਨੂੰ ਥੋੜ੍ਹਾ ਇਲਮ ਹੋਏਗਾ। ਜਦੋਂ ਹੜ੍ਹ ਆਉਂਦਾ ਕੁਦਰਤੀ, ਉਸ ਵਕਤ ਕਈ ਵਾਰੀ ਫਸਲਾਂ ਲੱਗੀਆਂ ਹੁੰਦੀਆਂ ਨੇ, ਫਸਲਾਂ ਲੱਗੀਆਂ ਹੁੰਦੀਆਂ ਨੇ ਤੇ ਹੜ੍ਹ ਦੇ ਨਾਲ ਫਸਲਾਂ ਡੁੱਬ ਜਾਂਦੀਆਂ ਨੇ। ਕਿਸਾਨ ਵੈਸੇ ਤਾਂ ਪਹਿਲਾਂ ਦੁਖੀ ਹੁੰਦਾ ਕਿ ਹੜ੍ਹ ਨਾ ਹੀ ਆਵੇ। ਜੇ ਆ ਜਾਵੇ ਤਾਂ ਉਹ ਆਸ ਕਰਦਾ ਕਿ ਜਿਹੜੀ ਮੈਂ ਫਸਲ ਬੀਜੀ ਹੈ ਉਹਦਾ ਉੱਪਰਲਾ ਹਿੱਸਾ ਜਿਹੜਾ ਘੱਟੋ ਘੱਟ 2-3 ਇੰਚ ਉਹ ਪਾਣੀ ਦੀ ਮਾਰ ਤੋਂ ਬਚ ਜਾਏ। ਉੱਪਰੋਂ ਹਵਾ ਲੱਗਦੀ ਰਹੇਗੀ, ਥੋੜ੍ਹਾ ਬਚਿਆ ਰਹੇਗਾ। ਜੇ ਉੱਪਰ ਤੱਕ ਪਾਣੀ ਭਰ ਜਾਵੇ ਤਾਂ ਉਹ ਆਸ ਕਰਦਾ ਕਿ ਥੋੜ੍ਹੇ ਦਿਨਾਂ ਤੱਕ ਹੀ ਹੜ੍ਹ ਦਾ ਪਾਣੀ 1-2 ਦਿਨ ਤੱਕ ਉਤਰ ਜਾਵੇ ਅਤੇ ਬਚ ਜਾਵੇ। ਜਦੋਂ ਹੜ੍ਹ ਦਾ ਪਾਣੀ ਉਤਰ ਜਾਂਦਾ ਅਤੇ ਜਿਹੜੇ ਚੰਗੇ, ਜਿਨ੍ਹਾਂ ਨੂੰ ਮੱਤ ਹੈ, ਹੁਣ ਤਾਂ ਨਹੀਂ ਹੈ, ਪਹਿਲਾਂ ਹੈਗੀ ਸੀ, ਹੁਣ ਤਾਂ ਕੇਵਲ ਸ਼ੋਸ਼ੇਬਾਜ਼ੀ ਹੈ। ਜਿਨ੍ਹਾਂ ਨੂੰ ਮੱਤ ਹੁੰਦੀ ਸੀ, ਉਹ ਹੜ੍ਹ ਦਾ ਪਾਣੀ ਉਤਰਦੇ ਸਾਰ ਹੀ ਖੇਤ ਵਿੱਚ ਜਾਣਾ, 2-3 ਬੂਟਿਆਂ ਦੀ ਜੜ੍ਹ ਵੱਲ ਦੇਖਣਾ ਕਿ ਹੜ੍ਹ ਨੇ ਜੜ੍ਹ ਨੂੰ ਪੋਲੀ ਕਰ ਦਿੱਤਾ ਹੈ ਕਿ ਨਹੀਂ। ਜੇ ਹੜ੍ਹ ਨੇ ਜੜ੍ਹ ਨੂੰ ਪੋਲੀ ਨਾ ਕੀਤਾ ਹੁੰਦਾ ਤਾਂ ਕਿਸਾਨ ਥੋੜ੍ਹਾ ਆਸਵੰਦ ਹੋ ਜਾਂਦਾ ਸੀ ਕਿ ਨਹੀਂ, ਥੋੜ੍ਹੇ ਕੁ ਦਿਨ ਸੋਕਾ ਰਹੇਗਾ, ਥੋੜ੍ਹੀ ਜਿਹੀ ਫਸਲ ਪ੍ਰਭਾਵਿਤ ਹੋਏਗੀ, ਪਰ ਪੁੰਗਰ ਜਾਏਗੀ, ਮਤਲਬ ਕਿਤੇ ਥੋੜ੍ਹਾ ਬਹੁਤਾ ਝਾੜ ਤਾਂ ਨਿਕਲ ਆਏਗਾ। ਪਰ ਜਦੋਂ ਪਤਾ ਲੱਗਦਾ ਸੀ ਕਿ ਜੜ੍ਹਾਂ ਦੀ ਸਤਹ ਤੋਂ ਹੇਠਾਂ ਵੀ ਪਾਣੀ ਫਿਰ ਕੇ ਫਸਲ ਕੇਵਲ ਉੱਪਰ ਹੀ ਤਰ ਰਹੀ ਹੈ, ਫਿਰ ਕਿਸਾਨ ਜਿਹੜਾ ਸੀ ਨਿਰਾਸ਼ ਹੋ ਜਾਂਦਾ ਸੀ। ਹੁਣ ਬਾਬਾ ਫਰੀਦ ਸਾਹਿਬ ਜੀ ਆਖਦੇ, ਤੱਤੀ ਤੋਏ ਨਾ ਪੱਲਵੈ। ਜਿਨ੍ਹਾਂ ਨੇ ਜੀਵਨ ਦੇ ਵਿੱਚ ਪ੍ਰਵਾਹ ਨਹੀਂ ਕੀਤੀ, ਹੁਣ ਕੁਦਰਤੀ ਹੈ, ਪਾਣੀ ਵਿੱਚ ਰਹਿ ਰਹੇ ਸਨ, ਸੋਚਿਆ ਨਹੀਂ ਕਿ ਜਿਹੜਾ ਵਿਕਾਰਾਂ ਦਾ, ਵਿਸ਼ਿਆਂ ਦੇ ਰਸ ਵਾਲਾ ਪਾਣੀ ਹੈ, ਜੇ ਸਿਰ ਤੋਂ ਉੱਪਰ ਚਲਿਆ ਗਿਆ, ਜਦੋਂ ਸਿਰ ਤੋਂ ਉੱਪਰ ਚਲਿਆ ਗਿਆ, ਇਹਨੇ ਹੇਠਲਾ ਵਾਲਾ ਜੀਵਨ ਵੀ ਖੋਖਲਾ ਕਰ ਦੇਣਾ ਹੈ। ਜਿਹੜੇ ਭਗਤੀ ਦੇ ਕੀਤੇ ਹੋਏ ਸੰਸਕਾਰ ਹਨ, ਥੋੜ੍ਹਾ ਬਹੁਤਾ ਜੀਵਨ 'ਚ ਹਰਿਆਵਲ ਬਣੀ ਹੈ, ਉਹ ਵੀ ਵਿਕਾਰਾਂ ਦੇ ਰਸਾਂ ਨੇ ਬਿਲਕੁਲ ਮਲੀਨ ਕਰਕੇ ਸਾੜ ਦੇਣੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਸ ਗੱਲ ਦਾ ਚਿੰਤਨ ਹੀ ਨਹੀਂ ਕੀਤਾ। ਅਤੇ ਜਦੋਂ ਸਮੁੱਚਾ ਜੀਵਨ ਉਹਦੇ ਵਿੱਚ ਰਹਿੰਦਿਆਂ ਹੋਇਆਂ, ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ, ਵਿਕਾਰਾਂ ਅਤੇ ਵਿਸ਼ਿਆਂ ਦੇ ਰਸਾਂ ਕਰਕੇ ਬਿਲਕੁਲ ਖਾਲੀ ਖੋਖ ਰਹਿ ਗਿਆ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਝੂਰੇਂਦੀ ਚੂਰੇ। ਫਿਰ ਉਹਨਾਂ ਦੇ ਮਨ ਅੰਦਰ ਪਛਤਾਵਾ ਉਪਜਿਆ ਕਿ ਅਸੀਂ ਕੁਦਰਤੀ ਖਾਲੀ ਦੇ ਖਾਲੀ ਰਹਿ ਗਏ। ਇਹ ਆਤਮ ਚਿੰਤਨ ਵਾਲੇ ਸ਼ਲੋਕ ਹਨ। ਗੁਰਬਾਣੀ ਅਸੀਂ ਠੀਕ ਹੈ, ਹੋਰ ਧਰਮ ਗ੍ਰੰਥ ਵੀ ਪੜ੍ਹਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਸ਼ੇਸ਼ਤਾ ਹੈ ਕਿ ਸਾਨੂੰ ਆਤਮ ਚਿੰਤਨ ਦੇ ਨੇੜੇ ਲਿਜਾਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੋ ਦੁਹਾਗਣ ਰੱਬ ਦੀ। ਦੁਹਾਗਣ ਦਾ ਮਸਲਾ ਇੱਥੇ ਸੰਸਾਰ ਦੇ ਸੰਬੰਧ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਨਹੀਂ ਕਿਹਾ, ਉਹਨਾਂ ਨੇ ਰੱਬ ਦੇ ਸੰਬੰਧ 'ਚ ਕਿਹਾ ਹੈ। ਅਤੇ ਰੱਬ ਦੇ ਸੰਬੰਧ 'ਚ ਕਹਿਣ ਦਾ ਮਤਲਬ ਹੈ ਕਿ ਅਸੀਂ ਉਹਦੇ ਭੇਜੇ ਹੋਏ, ਸਿਰਜੇ ਹੋਏ ਹਾਂ,
ਤੇ ਜੇ ਉਹਦੇ ਭੇਜੇ ਸਿਰਜੇ ਹੋਏ ਜੀਵਨ ਦੀ ਕਮਾਈ ਕਰਕੇ ਉਹਦੇ ਤੱਕ ਮੁੜ ਸਾਬਤ ਨਹੀਂ ਪੁੱਜ ਸਕਦੇ। ਹੁਣ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, ਜੋ ਡੋਹਾਗਣ ਰੱਬ ਦੀ। ਹੁਣ ਮਾਲਕ ਤੱਕ ਹੋਣ ਦਾ ਅਵਸਰ ਕਿਹੜਾ ਸੀ ਨੇੜੇ? ਮਨੁੱਖਾ ਜਨਮ ਹੀ ਹੈ। ਜਦੋਂ ਚਾਰ ਪਾਇਆਂ ਵਾਲਾ ਜਾਨਵਰ ਬਣ ਜੇ ਫਿਰ ਨਾ ਬਾਣੀ ਪੜ੍ਹੀ ਜਾਣੀ ਹੈ, ਨਾ ਸਤ ਸੰਗਤ 'ਚ ਬੈਠਿਆ ਜਾਣਾ ਹੈ। ਹੁਣ ਮਨੁੱਖਾ ਜੀਵਨ ਮਿਲ ਗਿਆ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਦੀ ਪਛਾਣ ਨਾ ਕੀਤੀ, ਅਧੂਰੇਪਣ 'ਚ ਹੀ ਚੱਲਦੇ ਰਹੇ ਅਤੇ ਦੁਹਾਗਣਾ ਵਾਂਗ ਜੀਵਨ ਬਤੀਤ ਕੀਤਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਝੂ ਰਹਿੰਦੀ ਝੂ ਰੇ। ਪਰ ਵੱਡੀ ਗੱਲ ਹੈ, ਇਹ ਝੋਰਾ ਵੀ ਕਿਸੇ ਨੂੰ ਨਹੀਂ ਹੁੰਦਾ। ਹੁਣ ਸਾਡੇ ਇੱਥੇ ਜਿਤਨੇ ਬੈਠੇ ਹਨ ਸਾਰੇ ਵਡੇਰੀ ਉਮਰ ਵਾਲੇ, ਕਦੇ 10 ਦਿਨ ਇੰਝ ਬਤੀਤ ਹੋਏ ਕਿ ਆ ਪਹਿਲੇ 40 ਸਾਲ ਤਾਂ ਐਵੇਂ ਹੀ ਲੰਘ ਗਏ। ਕੁਦਰਤੀ ਕਦੇ ਝੋਰਾ ਨਹੀਂ ਲੱਗਾ। ਇਸ ਗੱਲ ਦਾ ਝੋਰਾ ਜ਼ਰੂਰ ਹੋਵੇਗਾ ਕਿ ਪਿਛਲੇ ਸਾਲ ਵੀ ਕਮਾਈ ਨਹੀਂ ਹੋ ਸਕੀ, ਐਰਕਾਂ ਵੀ ਕੰਮ ਮੰਦਾ ਚੱਲ ਰਿਹਾ, ਇਸ ਗੱਲ ਦਾ ਝੋਰਾ ਹੋਏਗਾ। ਪਰ ਇਹ ਨਹੀਂ ਹੋਏਗਾ ਕਿ ਜਵਾਨੀ ਤਾਂ ਬਿਲਕੁਲ ਵਿਕਾਰਾਂ 'ਚ ਕੱਢੀ ਹੈ, ਗ੍ਰਸਤ ਬਿਲਕੁਲ ਪਰਿਵਾਰਕ ਧੰਦਿਆਂ ਦੇ ਪ੍ਰਪੰਚ ਵਿੱਚ ਧੋਖਾ ਧੜੀ ਵਿੱਚ ਕੱਢਿਆ, ਇਸ ਗੱਲ ਦਾ ਝੋਰਾ ਕਦੀ ਨਹੀਂ ਹੋਏਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਨਾ ਵੀ ਝੋਰਾ ਹੋਵੇ ਤਾਂ ਵੀ ਬੰਦੇ ਨੂੰ ਜੀਵਨ ਦੇ ਉਸ ਤਲ 'ਤੇ ਆ ਕੇ ਆਉਣਾ ਪੈਂਦਾ। ਜਿਵੇਂ ਸ਼ਵੇਤਾ ਵਸਤਰੋ ਉਪਨਿਸ਼ਦ ਦੇ ਵਿੱਚ ਲਿਖਿਆ ਹੈ ਕਿ ਮੌਤ ਦੀਆਂ ਅੰਤਿਮ ਘੜੀਆਂ ਬੰਦੇ ਦੇ ਸਾਰੇ ਜੀਵਨ ਦੇ ਚਿੰਤਨ ਨੂੰ ਕੁਝ ਸਕਿੰਟਾਂ ਵਿੱਚ ਦਿਖਾ ਦਿੰਦੀਆਂ ਨੇ। ਮਤਲਬ ਉਂਝ ਸਾਨੂੰ ਨਹੀਂ ਪਤਾ ਬਚਪਨ 'ਚ ਕਿਹੜੇ ਮੰਦ ਕਰਮ ਕੀਤੇ ਨੇ, ਜੋਬਨ ਦੇ ਵਿੱਚ ਕਿਹੜੇ ਵਿਕਾਰੀ ਕਰਮਾਂ ਦੀ ਤਰਫ ਗਏ ਹਾਂ, ਗ੍ਰਸਤ ਦੇ ਵਿੱਚ ਰਲ ਕੇ ਪਰਿਵਾਰਕ ਤਲ 'ਤੇ ਕਿਹੜੇ ਪਾਪ ਕਰਮਾਂ ਦੇ ਮਗਰ ਭੱਜੇ ਹਾਂ, ਇਹ ਸਾਨੂੰ ਖਿਆਲ ਹੀ ਨਹੀਂ। ਪਰ ਕਹਿੰਦੇ ਜਦੋਂ ਪ੍ਰਾਣ ਸਿਮਟਦਾ ਹੈ ਅਤੇ ਪ੍ਰਾਣ ਤੋਂ ਪਹਿਲਾਂ ਜਿਹੜਾ ਚਿੱਤ ਸਿਮਟਦਾ ਹੈ, ਚਿੱਤ ਦਾ ਮਤਲਬ ਜਿਹਦੇ ਵਿੱਚ ਹੁਣ ਤੱਕ ਦੀ ਸਾਰੀ ਮੈਮਰੀ ਪਈ ਹੋਈ ਹੈ, ਤਾਂ ਕਹਿੰਦੇ ਮੌਤ ਧਰਤੀ ਇਹ ਪ੍ਰਾਣ ਨੂੰ ਦੇਹ ਨੂੰ ਖਤਮ ਕਰਨ ਤੋਂ ਪਹਿਲਾਂ ਚਿੱਤ ਨੂੰ ਜਦੋਂ ਸਿਮਟਦਾ ਹੈ ਅਤੇ ਜਿਵੇਂ ਕੁਦਰਤੀ ਹੈ ਕੋਈ ਚੀਜ਼ ਨੂੰ ਤੋੜੀਏ ਉਹ ਕਈ ਹਿੱਸਿਆਂ ਦੇ ਵਿੱਚ ਖਿੰਡ ਜਾਂਦੀ ਹੈ। ਉੱਪਰ ਜ਼ੋਰ ਦੀ ਇੱਕ ਸੱਟ ਮਾਰੀ ਹੈ ਨਾ ਕਿਸੇ ਚੀਜ਼ ਦੇ ਉੱਪਰ, ਉਹ ਕਈ ਬਰੀਕ ਕਿਣਕਿਆਂ ਦੇ ਵਿੱਚ ਹੋ ਕੇ ਟੁੱਟ ਕੇ ਪਰਾਂ ਡਿੱਗਦੀ ਹੈ। ਇਸੇ ਤਰ੍ਹਾਂ ਜਦੋਂ ਕਾਲ ਦੀ ਮਾਰ ਨਾਲ ਇਹ ਕਾਇਆਂ ਦਾ ਆਕਾਰ ਟੁੱਟਣ ਲੱਗਦਾ ਹੈ ਅਤੇ ਜਦੋਂ ਚਿੱਤ ਦਾ ਕਿਣਕਾ ਹੁੰਦਾ ਅਤੇ ਸ਼ਵੇਤਾ ਵਸਤਰੋਪਨਿਧ 'ਚ ਲਿਖਿਆ ਹੈ ਕਿ ਸਾਰੀ ਜ਼ਿੰਦਗੀ ਦੀ ਸਿਮਰਤੀ ਬੰਦੇ ਦੀਆਂ ਅੱਖਾਂ ਸਾਹਮਣੇ 5-7 ਸਕਿੰਟਾਂ ਦੇ ਵਿੱਚ ਗੁਜ਼ਰ ਜਾਂਦੀ ਹੈ। ਦੇਖੋ ਕੁਦਰਤ ਕਿੰਨਾ ਬਰੀਕ ਢੰਗ ਦੇ ਨਾਲ ਬੰਦੇ ਨਾਲ ਚੱਲਦੀ ਹੈ। ਬੰਦੇ ਨੂੰ ਇੱਕ ਕੋਈ ਹਾਲਤ ਸਮਝਾਉਣੀ ਹੋਵੇ 10 ਮਿੰਟ ਦਾ 20 ਮਿੰਟ ਦਾ ਦ੍ਰਿਸ਼ ਦਿਖਾਉਣਾ ਪੈਂਦਾ ਹੈ। ਕਹਿੰਦੇ ਕੁਦਰਤ ਦਾ ਦੇਹ ਨੇਮ ਜਿਹੜਾ ਹੈ ਉਹ ਜਦੋਂ ਮੌਤ ਦੀ ਖਾਈ ਵੱਲ ਲਿਜਾਣ ਲੱਗਦਾ ਤਾਂ 4 ਤੋਂ ਲੈ ਕੇ 5 ਸਕਿੰਟ ਦੇ ਵਿੱਚ ਪੂਰੇ ਜੀਵਨ ਦਾ ਚਿੱਤਰ ਬੰਦੇ ਦੀ ਅੱਖਾਂ ਸਾਹਮਣੇ ਘੁਮਾ ਦਿੰਦਾ ਅਤੇ ਉਦੋਂ ਬੰਦੇ ਨੂੰ ਪਤਾ ਲੱਗਦਾ ਹੈ ਕਿ ਜੀਵਨ ਦੀ ਬਾਜੀ ਜਿੱਤ ਗਏ ਹਾਂ ਜਾਂ ਹਾਰ ਗਏ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਝੂ ਰਹਿੰਦੀ ਝੂ ਰੇ। ਇੱਥੇ ਜਾ ਕੇ ਵੀ ਉਹਨਾਂ ਨੂੰ ਝੂਰਨਾ ਪੈਂਦਾ ਹੈ। ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ। ਹੁਣ ਇਸੇ ਸ਼ਲੋਕ ਦਾ ਹੀ ਇੱਕ ਅਗਲਾ ਵਿਸਥਾਰ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜਾਂ ਕੁਆਰੀ। ਹੁਣ ਕੁਦਰਤੀ ਹੈ, ਇਹ ਨੁਕਤਾ ਅੱਗੇ ਵੀ ਕਈ ਦਫਾ ਅਰਜ਼ ਕੀਤਾ। ਦੁਨੀਆ ਦੇ ਵਿੱਚ ਆ ਸੈਨਾ ਹੈ, ਕਿਸੇ ਵੀ ਦੇਸ਼ ਦੀ ਸੈਨਾ, ਉਹਨਾਂ ਨੇ ਕਦੀ 60 ਸਾਲ ਵਾਲੇ ਬੰਦੇ ਦੀ ਭਰਤੀ ਨਹੀਂ ਕੀਤੀ। ਉਹ ਕਹਿੰਦੇ ਸਾਨੂੰ 16, 17, 18 ਸਾਲ ਦਾ ਨੌਜਵਾਨ ਚਾਹੀਦਾ। ਹੁਣ ਕੁਦਰਤੀ ਹੈ, ਦੁਨੀਆ ਦੇ ਵਿੱਚ ਕੋਈ ਕਾਰੋਬਾਰੀ ਪ੍ਰਾਪਤੀ ਕਰਨੀ ਹੈ, ਕੋਈ ਨਹੀਂ ਕਹਿੰਦਾ ਕਿ 50 ਸਾਲ 'ਚ ਜਾ ਕੇ ਕਾਰੋਬਾਰ ਸ਼ੁਰੂ ਕਰਾਂਗੇ। 10 ਸਾਲ 'ਚ ਹੀ ਦੁਕਾਨ 'ਤੇ ਬਿਠਾ ਦਿੰਦੇ ਨੇ ਕਿ ਹੌਲੀ ਹੌਲੀ ਹੁਨਰ ਆ ਜਾਵੇ। ਦੁਨੀਆ ਦਾ ਕੋਈ ਵੀ ਕੰਮ ਦੱਸੋ ਜਿਹਦੇ ਵਿੱਚ ਆਖਰੀ ਉਮਰ ਦੀ ਅਵਸਥਾ ਵਿੱਚ ਬੰਦਾ ਸ਼ੁਰੂ ਕਰਦਾ ਹੋਵੇ। ਕਾਰੋਬਾਰ 'ਚ ਸੰਪੰਨ ਹੋਣਾ ਹੈ, ਜਵਾਨੀ ਲਗਾਉਂਦੇ ਨੇ। ਕਿਸੇ ਵਿਸ਼ਿਆਂ ਵਿਕਾਰਾਂ ਦੇ ਸੁੱਖ ਮਾਨਣੇ ਨੇ, ਜਵਾਨੀ ਲਗਾਉਂਦੇ ਨੇ। ਕਿਸੇ ਵੀ ਨੂੰ ਕੁਦਰਤੀ ਵਿਦਵਾਨ ਵੀ ਬਣਨਾ ਹੈ ਤਾਂ ਜਵਾਨੀ ਵਿੱਚ ਵਿੱਦਿਆ ਸ਼ੁਰੂ ਕਰਦਾ ਹੈ, ਕੋਈ ਬੁਢਾਪੇ 'ਚ ਜਾ ਕੇ ਨਹੀਂ ਸ਼ੁਰੂ ਕਰਦਾ। ਪਰ ਕਮਾਲ ਦੀ ਗੱਲ ਹੈ ਕਿ ਕੁੱਲ ਦੁਨੀਆ ਦਾ ਦੋਹਰਾਪਣ ਕਿੰਨਾ ਉਜਾਗਰ ਹੁੰਦਾ। ਹੋਰ ਸਾਰੇ ਪਾਸਿਆਂ 'ਚ ਕਹਿਣਗੇ ਜੀ ਜੋਬਨ ਅਵਸਥਾ ਚਾਹੀਦੀ ਹੈ, ਧਰਮ ਦੀ ਸਾਧਨਾ ਕਰਨੀ ਹੈ, ਤਾਂ ਚਲੋ ਜੀ ਹੁਣ ਜੀਵਨ ਬਤੀਤ ਹੋ ਗਿਆ, ਥੋੜ੍ਹਾ ਗੁਰੂ ਦੁਆਰ ਤੁਰ ਪੈਂਦੇ ਹਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਾਂ ਕੁਆਰੀ ਤਾਂ ਚਾਓ। ਜਦੋਂ ਤੱਕ ਜੋਬਨ ਅਵਸਥਾ ਸੀ, ਕੁਆਰੀ ਸੀ, ਉਦੋਂ ਚਾਅ ਸੀ ਕਿ ਵਿਆਹ ਹੋ ਜਾਵੇ, ਸੁਹਾਗਣੀ ਬਣ ਜਾਵਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੱਦਣ ਹੀ ਵਿਵਾਹੀ ਗਈ, ਬਾਅਦ ਦੇ ਵਿੱਚ ਜਦੋਂ ਮਾਮਲੇ ਆ ਕੇ ਬਣੇ ਕਿ ਘਰ ਦੇ ਵਿੱਚ ਕੋਈ ਕੰਮ ਨਹੀਂ ਕਰਨਾ, ਪਰ ਅਗਲੇ ਘਰ ਜਾ ਕੇ ਜਦੋਂ ਸਾਰੇ ਕੰਮ ਕਰਨੇ ਪਏ, ਜ਼ਿੰਮੇਵਾਰੀ ਹੰਡਾਉਣੀ ਪਈ, ਇੱਕ ਖਾਸ ਤਰ੍ਹਾਂ ਦੀ ਮਰਿਆਦਾ ਵਿੱਚ ਰਹਿਣਾ ਪਿਆ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਜੀਵਨ 'ਚ ਪਛਤਾਵਾ ਪੈਦਾ ਹੋਇਆ
ਕਿ ਫਰੀਦਾ ਇਹੋ ਪਛੋਤਾਓ, ਕਿ ਦੁਬਾਰਾ ਕੁਆਰੀ ਵਰਗਾ ਜੀਵਨ ਹੋ ਜਾਏ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੱਤ ਕੁਆਰੀ ਨਾ ਥੀਐ, ਪਰ ਬਾਅਦ ਦੇ ਵਿੱਚ ਐਸਾ ਸੰਭਵ ਨਹੀਂ ਹੋ ਸਕਦਾ। ਹੁਣ ਨੁਕਤੇ ਨਿਗਾਹ ਤੋਂ ਇਹਦਾ ਵਿਸਥਾਰ ਆਪਦੇ ਸਨਮੁਖ ਰੱਖਦੇ ਹਾਂ। ਜਾਂ ਕੁਆਰੀ ਤਾਂ ਚਾਓ ਦਾ ਮਤਲਬ ਇਹ ਹੈ ਕਿ ਕੁਆਰੀ ਦਾ ਅਰਥ ਹੁੰਦਾ ਹੈ ਪੂਰਨ ਪਵਿੱਤਰਤਾ, ਕਿ ਭਾਵ ਕਿ ਜਿੰਨੇ ਅਸੀਂ ਮਨੁੱਖ ਪੈਦਾ ਹੋਏ ਹਾਂ ਸਾਨੂੰ ਮਾਲਕ ਸਾਰਿਆਂ ਨੂੰ ਕੁਆਰਪਣ 'ਚ ਪੈਦਾ ਕਰਦਾ। ਕੁਆਰਪਣ ਦਾ ਮਤਲਬ ਕਿ ਸਾਡਾ ਅੰਤਰੀਵ ਕਿਸੇ ਵੀ ਤਰੀਕੇ ਨਾਲ ਮੈਲਾ ਨਹੀਂ ਹੁੰਦਾ। ਜੰਮਦੇ ਕਿਸੇ ਬੰਦੇ ਨੂੰ ਕੋਈ ਦੁਰਾਚਾਰੀ ਨਹੀਂ ਕਹਿ ਸਕਦਾ, ਕੋਈ ਵਿਕਾਰੀ ਨਹੀਂ ਕਹਿ ਸਕਦਾ। ਇੱਥੋਂ ਤੱਕ ਕਿ ਉਹਨੂੰ ਬਚਪਨ ਤੱਕ ਵੀ 12 ਸਾਲ 15 ਸਾਲ ਤੱਕ ਵੀ ਕੋਈ ਵਿਕਾਰੀ ਨਹੀਂ ਕਹਿ ਸਕਦਾ। ਮਾਲਕ ਨੇ ਸਾਨੂੰ ਪਵਿੱਤਰ ਹਿਰਦਾ, ਨਿਸ਼ਕਪਟਤਾ ਸਹਿਤ, ਨਿਰਮਲਤਾ ਸਹਿਤ, ਪਵਿੱਤਰਤਾ ਸਹਿਤ, ਇਕਾਗਰਤਾ ਸਹਿਤ ਦੇ ਕੇ ਭੇਜਿਆ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਤਾਂ ਚਾਓ, ਜਿਨ੍ਹਾਂ ਨੂੰ ਇਹ ਕੁਝ ਮੰਨਣਾ ਆ ਗਿਆ ਆਪਣੇ ਜੀਵਨ ਦਾ, ਉਹਨਾਂ ਦੇ ਅੰਦਰ ਚਾਓ ਸੀ। ਫਿਰ ਕਹਿੰਦੇ ਵੀ ਵਾਹੀ, ਆਪਣੇ ਅੰਦਰ ਦੀ ਪਵਿੱਤਰਤਾ ਦੇ ਨੂੰ ਨਹੀਂ ਜਾਣਿਆ ਅਤੇ ਸੋਚਿਆ ਕਿ ਵਿਕਾਰਾਂ ਦੇ ਨਾਲ ਜੋਟੀ ਪਾ ਕੇ ਦੇਖ ਲਵਾਂ। ਕਹਿੰਦੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੱਦਣ ਹੀ ਜੋਟੀ ਪਾਈ ਉਦਣ ਹੀ ਮਾਮਲੇ। ਫਿਰ ਉਹ ਜੋਟੀ ਨੇ ਬਾਰ-ਬਾਰ ਵਿਕਾਰਾਂ ਦੀ ਤਰਫ ਲਿਜਾ ਕੇ ਮਜਬੂਰ ਕੀਤਾ ਅਤੇ ਬੰਦਾ ਸੋਚਦਾ ਰਿਹਾ ਕਿ ਕਦੋਂ ਜੀਵਨ ਦੀ ਪਵਿੱਤਰਤਾ ਹੱਥੋਂ ਖੁੱਸ ਗਈ, ਪਤਾ ਨਹੀਂ ਲੱਗਾ। ਬਾਅਦ ਦੇ ਵਿੱਚ ਸੋਚਿਆ ਕਿ ਮੈਂ ਬੱਚਿਆਂ ਵਰਗਾ ਹੋ ਜਾਵਾਂ, ਬਿਲਕੁਲ ਸਰਲ, ਬੇਪਰਵਾਹ, ਨਿਸ਼ਕਪਟ, ਨਿਰਛਲ ਹੋ ਜਾਵਾਂ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੱਤ ਕੁਆਰੀ ਨਾ ਥੀਐ, ਜਿਹੜੀ ਜੀਵਨ ਦੀ ਅਮੋਲਕ ਰਾਸ ਆ ਉਹ ਤਾਂ ਗਵਾ ਲਈ ਹੈ, ਹੁਣ ਦੁਬਾਰਾ ਉਹਦੇ ਵਰਗੇ ਨਹੀਂ ਹੋਇਆ ਜਾਣਾ। ਪਹਿਲਾ ਨੁਕਤਾ। ਦੂਜਾ ਨੁਕਤਾ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਜਾਂ ਕੁਆਰੀ ਤਾਂ ਚਾਓ, ਜਦੋਂ ਤੱਕ ਜਿਹੜੀ ਜੀਵਨ ਸੀ ਕਾਲ ਦੇ ਵਿੱਚ ਚੱਲਦਾ ਰਿਹਾ, ਜਦੋਂ ਤੱਕ ਇਸ ਕਾਇਆ ਦੇ ਵਿੱਚ ਪ੍ਰਾਣਾਂ ਕਰਕੇ ਵਿਚਰਦੇ ਰਹੇ, ਉਦੋਂ ਤੱਕ ਤਾਂ ਇਹ ਜੀਵਨ ਚੰਗਾ ਲੱਗਦਾ ਰਿਹਾ, ਇਹਦੀ ਕੋਈ ਸਾਰ ਨਾ ਜਾਣੀ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਹੀ ਕਾਲ ਰੂਪ ਲਾੜੇ ਦੇ ਨਾਲ ਇਹ ਜਿੰਦ ਵਿਆਹੀ ਗਈ ਤਾਂ ਮਾਮਲੇ ਦਾ ਭਾਵ ਕੀ ਹੈ? ਹੁਣ ਦੇਹ ਵਿੱਚ ਇਹ ਰਹਿ ਕੇ ਜਿੰਨੇ ਕਰਮ ਕੀਤੇ ਹਨ ਉਹ ਸਾਰੇ ਕਰਮਾਂ ਨੂੰ ਜਦੋਂ ਮੌਤ ਰੂਪ ਲਾੜੇ ਦੇ ਨਾਲ ਵਿਆਹਿਆ ਗਿਆ, ਫਿਰ ਉਹਨਾਂ ਸਾਰੇ ਕਰਮਾਂ ਦਾ ਸੂਖਸ਼ਮ ਸਰੀਰ ਜਿਹੜਾ ਬਾਕੀ ਬਚ ਗਿਆ, ਉਹਨੂੰ ਅਗਲੇ ਆਕਾਰਾਂ ਦੇ ਵਿੱਚ ਮਾਲਕ ਵੱਖੋ ਵੱਖਰੇ ਆਕਾਰ ਧਾਰਨ ਕਰਵਾ ਕੇ ਉਹ ਸਾਰੀ ਕਾਰ ਭੁਗਤਾਵੇਗਾ। ਤਾਂ ਬਾਬਾ ਫਰੀਦ ਸਾਹਿਬ ਜੀ ਫਿਰ ਸੋਚਦੇ ਹਨ ਕਿ ਮਨੁੱਖਾ ਜੀਵਨ ਪ੍ਰਾਪਤ ਹੋ ਜਾਏ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਕੱਲਾ ਪਛਤਾਵਾ ਰਹਿ ਜਾਂਦਾ, ਕੁਆਰੀ ਫਿਰ ਨਹੀਂ ਹੋ ਸਕਦੀ। ਮਤਲਬ ਕਿ ਮਨੁੱਖਾ ਜੀਵਨ ਦੁਬਾਰਾ ਨਹੀਂ ਮਿਲ ਸਕਦਾ। ਤੀਜਾ ਨੁਕਤਾ ਹੈ ਜਾਂ ਕੁਆਰੀ ਤਾਂ ਚਾਓ, ਜਦੋਂ ਸ਼ੁਭ ਗੁਣਾਂ ਕਰਕੇ ਜੀਵਨ ਦੇ ਵਿੱਚ ਬਲ ਸੀ ਤਾਂ ਕਹਿੰਦੇ ਚਾਓ, ਉਦੋਂ ਥੋੜ੍ਹਾ ਬਹੁਤਾ ਕਦੇ ਭਗਤੀ ਦਾ ਮਾੜਾ ਮੋਟਾ ਚਾਅ ਆ ਜਾਂਦਾ ਸੀ, ਪਰ ਆਪਣੇ ਆਪ ਨੂੰ ਬਿਲਕੁਲ ਦੁਨੀਆਦਾਰੀ ਦੀ ਤਰਫ ਲਗਾ ਲਿਆ ਹੈ। ਹੁਣ ਕੁਦਰਤੀ ਹੈ ਜਾਂ ਕੁਆਰੀ ਤਾਂ ਚਾਓ, ਜਿਨਨੇ ਪਹਿਲਾਂ ਹੁਨਰ ਹੀ ਨਹੀਂ ਸਿੱਖਿਆ ਭਗਤੀ ਦਾ, ਸਾਧਨਾ ਦਾ, ਉਸ ਅਵਸਥਾ ਦੇ ਵਿੱਚ ਜਿਹੜੀ ਅਵਸਥਾ ਇਕਾਗਰ ਸੀ, ਜਿਹਦੇ ਬਚਪਨ 'ਚ ਭਗਤੀ ਦੇ ਸੰਸਕਾਰ ਨਹੀਂ ਬਣੇ, ਜੋਬਨ ਅਵਸਥਾ ਦੇ ਵਿੱਚ ਜਿਹਦੇ ਜੀਵਨ ਦੀ ਸਿਮਰਨ ਵਾਲਾ ਅਭਿਆਸ ਨਹੀਂ ਬਣਿਆ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਵਾਹੀ, ਜਦੋਂ ਉਹ ਕਦੇ ਵਿਕਾਰਾਂ ਦੇ ਸੰਪਰਕ ਵਿੱਚ ਆਉਣਗੇ ਤਾਂ ਫਿਰ ਵਿਕਾਰਾਂ ਉਹਨਾਂ ਦੇ ਲਈ ਐਡੇ ਵੱਡੇ ਮਾਮਲੇ ਬਣ ਜਾਣਗੇ ਕਿ ਉਹ ਜ਼ਿੰਦਗੀ 'ਚ ਕਦੇ ਉਹਨਾਂ ਤੋਂ ਨਿਜਾਤ ਨਹੀਂ ਪਾ ਸਕਣਗੇ। ਫਰੀਦਾ ਇਹੋ ਪਛੋਤਾਓ, ਵੱਤ ਕੁਆਰੀ ਨਾ ਥੀਏ, ਕਹਿੰਦੇ ਦੁਬਾਰਾ ਉਹਦੇ ਕੁਆਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਚੌਥਾ ਨੁਕਤਾ ਅਰਜ਼ ਕਰਦੇ ਹਨ ਜਾਂ ਕੁਆਰੀ ਤਾਂ ਚਾਓ, ਜਿੰਨਾ ਚਿਰ ਜੀਵਨ ਮਨੁੱਖ ਨੂੰ ਆਪਣੇ ਜੋਬਨ ਅਵਸਥਾ ਵਾਲਾ ਲੱਗਦਾ ਉਹਨਾਂ ਚਿਰ ਦੀ ਪਵਿੱਤਰਤਾ ਦੀ ਠੀਕ ਖਿਆਲ ਰਹਿੰਦੀ ਹੈ। ਅਤੇ ਜਦੋਂ ਮਨੁੱਖ ਸੋਚਦਾ ਹੈ ਗ੍ਰਸਥ ਪ੍ਰਵੇਸ਼ ਕਰ ਲਵਾਂ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਮਾਮਲੇ ਬਣਦੇ ਨੇ। ਫਿਰ ਦੁਨੀਆਦਾਰੀ ਦੀ ਜਕੜਨ ਐਸਾ ਜਕੜਦੀ ਹੈ, ਫਿਰ ਔਲਾਦ ਦੇ ਮੋਹ ਕਰਕੇ, ਪਤਨੀ ਦੀ ਵਾਸਨਾ ਕਰਕੇ, ਪਦਾਰਥਾਂ ਦੇ ਆਕਰਸ਼ਣ ਕਰਕੇ ਇੰਨਾ ਜ਼ਿਆਦਾ ਨੀਵਨ ਦੇ ਨਿਮਨ ਤਲ 'ਤੇ ਆ ਜਾਂਦਾ ਹੈ। ਫਿਰ ਸੋਚਦਾ ਹੈ ਕਿ ਇਹਨਾਂ ਸਾਰਿਆਂ ਤੋਂ ਪਰਾਂ ਹੋ ਜਾਵਾਂ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬਾਅਦ ਦੇ ਵਿੱਚ ਪਰੇ ਨਹੀਂ ਹੋਇਆ ਜਾਂਦਾ। ਇਸ ਕਰਕੇ ਪਹਿਲਾਂ ਹੀ ਇਹ ਸੋਚਣਾ ਚਾਹੀਦਾ ਹੈ ਕਿ ਆਪਣੇ ਜੀਵਨ ਨੂੰ ਸੰਬੰਧਾਂ ਵਿੱਚ ਰਹਿੰਦਿਆਂ ਹੋਇਆਂ ਵੀ ਕਿਵੇਂ ਅਲੇਪ ਰੱਖਣਾ ਹੈ, ਪਦਾਰਥਾਂ ਵਿੱਚ ਰਹਿੰਦਿਆਂ ਹੋਇਆਂ ਕਿਵੇਂ ਉਹਨਾਂ ਦੇ ਆਕਰਸ਼ਣ ਤੋਂ ਮੁਕਤ ਰਹਿਣਾ ਹੈ। ਕਹਿੰਦੇ ਸਾਰਾ ਕੁਝ ਹੁਨਰ ਪਹਿਲਾਂ ਹੀ ਸਿੱਖਣਾ ਚਾਹੀਦਾ ਸੀ। ਦੁਬਾਰਾ ਕੋਈ ਐਸਾ ਮੌਕਾ ਨਹੀਂ ਮਿਲੇਗਾ ਕਿ ਬਾਅਦ ਦੇ ਵਿੱਚ ਬੰਦਾ ਜਿਹੜਾ ਹੈ ਉਹ ਉਸ ਗੱਲ ਦੀ ਪ੍ਰਾਪਤੀ ਕਰ ਸਕੇ। ਲੋਕਾਂ ਵਿੱਚ ਜ਼ਿਕਰ ਆਇਆ ਸੀ ਬਾਬਾ ਫਰੀਦ ਸਾਹਿਬ ਜੀ ਦੇ
ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੁਈ ਆਸ। ਕਿ ਕੁਦਰਤੀ ਜਿਹੜਾ ਸਮਾਂ ਭਗਤੀ ਦੇ ਮਾਰਗ 'ਤੇ ਚੱਲਣ ਦਾ ਸੀ ਉਦੋਂ ਨਹੀਂ ਕੀਤਾ, ਹੁਣ ਕਬਰ ਵਿੱਚ ਪੈਣਾ ਹੋ ਗਿਆ ਅਤੇ ਕੇਵਲ ਪਛਤਾਵਾ ਹੀ ਬਾਕੀ ਰਹੇਗਾ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜੀਵਨ ਅਮੋਲਕ ਹੈ, ਜੀਵਨ ਦਾ ਅਵਸਰ ਅਮੋਲਕ ਹੈ, ਜੀਵਨ ਦੀਆਂ ਸਾਰੀਆਂ ਅਵਸਥਾਵਾਂ ਵੀ ਅਮੋਲਕ ਨੇ, ਪਰ ਨੁਕਤਾ ਇਹ ਹੈ ਕਿ ਬੰਦਾ ਇਹਦਾ ਪ੍ਰਯੋਗ ਕਦੋਂ ਕਰਦਾ ਹੈ। ਇਸ ਕਰਕੇ ਹੁਣ ਕਈ ਵਾਰੀ ਦੇਖੀਦਾ ਜੀਵਨ ਦੇ ਵਿੱਚ, ਭਰਤਰੀ ਹਰੀ ਨੇ ਵੈਰਾਗ ਸ਼ਤਕ ਲਿਖਿਆ, ਉਹਦੇ ਵਿੱਚ ਉਹਨੇ ਬੜੀ ਕਮਾਲ ਦੀ ਗੱਲ ਕਹੀ ਹੈ। ਕਹਿੰਦਾ ਜਿਹੜਾ ਬੰਦਾ ਬੁਢਾਪੇ 'ਚ ਜਾ ਕੇ ਜ਼ਿਕਰ ਕਰਦਾ ਨਾ ਕਿ ਮੈਂ ਵਾਸਨਾ ਦੇ ਹੱਥੋਂ ਤੰਗ ਹਾਂ, ਕਹਿੰਦੇ ਉਹਦੀ ਬਾਤ ਵੀ ਨਹੀਂ ਸੁਣਨੀ ਚਾਹੀਦੀ। ਕਿਉਂਕਿ ਹੁਣ ਤਾਂ ਵਿਗੜੀ ਹਾਲਤ ਸਾਡੇ ਸਾਹਮਣੇ ਲੈ ਕੇ ਆਇਆ। ਕਹਿੰਦੇ ਜਵਾਨ ਕੋਈ ਕਹਿ ਦਵੇ ਮੈਂ ਵਿਕਾਰਾਂ ਦੇ ਹੱਥੋਂ ਤੰਗ ਹਾਂ ਜਾਂ ਵਿਕਾਰ ਮੇਰੇ ਉੱਪਰ ਜ਼ਿਆਦਾ ਪ੍ਰਭਾਵਸ਼ਾਲੀ ਨੇ, ਕਹਿੰਦੇ ਉਹਦੀ ਇਮਾਨਦਾਰੀ ਮੰਨਣੀ ਚਾਹੀਦੀ ਹੈ। ਕਿਉਂਕਿ ਉਹਨੇ ਉਸ ਅਵਸਥਾ ਦੇ ਵਿੱਚ ਮੰਨ ਲਿਆ ਜਿਹਦੇ ਵਿੱਚ ਕੋਈ ਨਹੀਂ ਮੰਨਦਾ, ਸਾਰੇ ਜੀਵਨ ਦਾ ਵਹਿਣ ਵਹਿ ਗਿਆ ਅਤੇ ਹੁਣ ਕਹਿ ਰਿਹਾ ਮੈਂ ਵਿਕਾਰਾਂ ਹੱਥੋਂ ਤੰਗ ਹੈ। ਉਹ ਤਾਂ ਕਹਿ ਰਿਹਾ ਤੰਗ ਕਿ ਹੁਣ ਸਰੀਰਕ ਬਲ ਵਿਕਾਰਾਂ ਦੀ ਪੂਰਤੀ ਨਹੀਂ ਕਰਵਾ ਸਕਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜੀਵਨ ਦੀ ਜਿਤਨੀ ਵੀ ਅਵਸਥਾ ਹੈ ਉਹਦਾ ਮਾਕੂਲ ਉਪਯੋਗ ਕਰਕੇ ਉਹਨੂੰ ਪਵਿੱਤਰਤਾ ਦੇ ਨੇਮ ਵਿੱਚ ਢਾਲਣਾ ਚਾਹੀਦਾ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ 3 ਸਲੋਕਾਂ ਦੁਆਰਾ ਬਖਸ਼ਿਸ਼ ਕੀਤੀ ਹੈ ਕਿ ਧਾਰਮਿਕ ਲਿਬਾਸ ਨੂੰ ਦੇਖ ਕੇ ਨਾ ਭਰਮੀਏ, ਜੀਵਨ ਦੇ ਸੱਚ ਆਚਰਣ ਦੇ ਅਨੁਸਾਰ ਢਲਣ ਦਾ ਯਤਨ ਕਰੀਏ ਅਤੇ ਇਸੇ ਤਰ੍ਹਾਂ ਪਵਿੱਤਰ ਮਰਯਾਦਾ ਧਾਰਨ ਕਰਨ ਦੇ ਨਾਲ ਨਾਲ ਸ਼ੁਭ ਗੁਣਾਂ ਦੀ ਰਾਸ ਵੀ ਪੱਲੇ ਬੰਨੀਏ ਤਾਂ ਕਿ ਮਾਲਕ ਦੀ ਨਜ਼ਰ ਦੇ ਪਾਤਰ ਬਣ ਸਕੀਏ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ। ਸਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।